ਹਰ ਪ੍ਰਭ ਤੇਰਿਆ ਕੀਤੇ ਗਨੋਂ ਅਸੰਖ ਹਵ ਗੁਣ ਮੇਰਿਆ ਅਸੰਖ ਅਬ ਗੁਣ ਖਤੇ ਫੇਰੇ ਨਿਤ ਪ੍ਰਤ ਸਦ ਭੁਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੁਲੀਐ ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰਹੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਤਾਰੋ ਕਾਢ ਭਵ ਜਲ ਫੇਰਿਆ ਬਿਨਵੰਤ ਨਾਨਕ ਦਇਆ ਤਾਰੋ ਕਾਢ ਭਵ ਜਲ ਫੇਰਿਆ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀਓ ਗੁਰ ਸਬਦੀ ਸੀਗਾਰੀਆ ਤਨ ਮਨ ਪਿਰ ਕੈ ਪਾਸ ਦੋਏ ਕਾਰ ਜੋੜ ਖੜੀ ਤੱਕੈ ਸੱਚ ਕਹੈ ਅਰਦਾਸ ਲਾਲ ਰੱਤੀ ਸੱਚ ਭੈ ਵਸੀ ਪਾਏ ਰੱਤੀ ਰੰਗ ਰਾਸ ਪਰੇ ਕੀ ਚੇਰੀ ਕਾਂਡੀਐ ਲਾਲੀ ਮਾਨੈ ਨਾਉ ਸਾਚੀ ਪ੍ਰੀਤ ਨਾ ਟੁੱਟਾਈ ਸਾਚੇ ਮੇਲ ਮਿਲਾਉ ਸ਼ਬਦ ਰਤੀ ਮਨ ਵਿਦਿਆ ਹਉ ਸਾਧ ਬਲਿਹਾਰੈ ਜਾਉ ਗੁਰ ਸਬਦੀ ਸੀਗਾਰੀਆ ਤਨ ਮਨ ਪਿਰ ਕੈ ਪਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਸੰਗਤ ਵਿੱਚ ਸਤਿਗੁਰੂ ਜੀ ਦਾ ਸ਼ਬਦ ਗਾਇਨ ਹੁੰਦਾ ਹੈ, ਹਜ਼ੂਰ ਦੇ ਸ਼ਬਦ ਵਿੱਚ
ਅਦਬ ਨਾਲ ਸੀਸ ਝੁਕਾ ਕੇ ਫਤਿਹ ਦੀ ਸਾਂਝ ਜ਼ਰੂਰ ਪਾਉਣੀ ਚਾਹੀਦੀ ਹੈ, ਕਿਉਂਕਿ ਇਹਦੇ ਨਾਲ ਭਗਤੇ ਤੇ ਸਰੋਤੇ ਦੀ ਇਕਾਗਰਤਾ ਬਣਦੀ ਹੈ। ਇਹ ਸ਼ਬਦ ਦਾ ਅਦਬ ਹੈ। ਪੰਥ ਦੇ ਉਸ ਪਵਿੱਤਰ ਸਥਾਨ ਤੇ ਆਪ ਜੀ ਦਰਸ਼ਨ ਦੀਦਾਰ ਕਰ ਰਹੇ ਹੋ, ਜਿੱਥੇ ਮਹਾਰਾਜ ਜੀ ਨੇ ਇਸ ਫਤਿਹ ਨੂੰ ਬੁਲੰਦ ਕੀਤਾ। ਸਾਡੇ ਤਾਈਂ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਕੀ ਫਤਿਹ ਬਖਸ਼ਿਸ਼ ਕੀਤੀ। ਆਪ ਪਿਆਰ ਤੇ ਸਤਿਕਾਰ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਸੀਸ ਝੁਕਾਉਂਦੇ ਹੋਏ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਗਦੀ ਜੋਤ 10 ਪਾਤਸ਼ਾਹੀਆਂ ਦੇ ਆਤਮਕ ਸਵਰੂਪ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਦਇਆ ਸਦਕਾ ਇਸ ਸਤ ਸੰਗਤ ਦਾ ਅੰਮ੍ਰਿਤ ਸਮਾਂ, ਪਵਿੱਤਰ ਸਮਾਂ, ਜੀਵਨ ਦੀਆਂ ਇਹ ਘੜੀਆਂ ਤੇ ਉਸ ਮੁਕੱਦਸ ਅਸਥਾਨ ਤੇ ਸਾਨੂੰ ਅੱਖਾਂ ਨਾਲ ਦਰਸ਼ਨ ਦੀਦਾਰ ਦਾ ਸੁਭਾਗ ਮਿਲ ਰਿਹਾ ਹੈ, ਜਿੱਥੇ ਬਾਜਾਂ ਵਾਲੇ ਸਤਿਗੁਰਾਂ ਜੀ ਨੇ ਸੀਸ ਲੈ ਕੇ ਪੰਥ ਦੀ ਨੀਂਹ ਰੱਖੀ ਤੇ ਪੰਥ ਨੂੰ ਸਦਾ ਸਦਾ ਲਈ ਅਮਰ ਕਰ ਦਿੱਤਾ। ਗੁਰੂ ਪੰਥ ਦੇ ਅੱਗੇ ਆਪ ਸੀਸ ਝੁਕਾ ਕੇ ਮਹਾਰਾਜ ਸਾਹਿਬ ਜੀ ਜਿਵੇਂ ਕੋਈ ਅਦਲੀ ਆਪਣੇ ਸਾਹਿਬ ਦੇ ਸਾਹਮਣੇ ਬਹੁਤ ਅਦਬ ਨਾਲ ਸਤਿਕਾਰ ਕਰਦਾ ਹੈ, ਸਤਿਗੁਰੂ ਜੀ ਆਪਣੇ ਖਾਲਸੇ ਦਾ ਆਪ ਹੀ ਸਾਜ ਕੇ ਆਪਣਾ ਸਤਿਗੁਰੂ ਕਹਿ ਕੇ ਅਦਬ ਕਰਦੇ ਹੈ। ਐਸੇ ਕਿਰਪਾ ਦੇ ਸਾਗਰ, ਦੀਨ ਦਿਆਲ, ਪਿਆਰ ਦੇ ਮੁਜੱਸਮੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੇ ਪਵਿੱਤਰ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਪ ਜੀ ਦਰਸ਼ਨ ਦੀਦਾਰ ਕਰ ਰਹੇ ਹੋ। ਮਹਾਰਾਜ ਜੀ ਦੇ ਘਰ ਦਾ ਨਿਯਮ ਤੁਰ ਕੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਅੱਜ ਦੀ ਇਹ ਸਵੇਰ ਦੀ ਹਾਜ਼ਰੀ ਹੈ। ਸ਼ਾਮ ਦੀ ਹਾਜ਼ਰੀ ਭਰ ਕੇ ਦਾਸਰਿਆਂ ਨੇ ਵਿਦਾਇਗੀ ਲੈਣੀ ਹੈ। ਗਰੀਬ ਨਵਾਜ ਅੰਮ੍ਰਿਤ ਬਾਣੀ ਵਿੱਚ ਜੋ ਸਾਨੂੰ ਸਿੱਖਿਆ ਦਿੰਦੇ ਹੈ, ਰੋਜ਼ ਰੋਜ਼ ਜਿਹੜੇ ਗੁਰਸਿੱਖ ਆਪਣੇ ਕੰਨਾਂ ਨਾਲ ਸਤਿਗੁਰੂ ਦੀ ਸਿੱਖਿਆ ਸੁਣਦੇ, ਆਪਣੇ ਮਨ ਨੂੰ ਪ੍ਰਬੋਧਦੇ ਹੈ, ਮਨਾ ਤੇਰਾ ਜੀਵਨ ਗੁਰੂ ਉਪਦੇਸ਼ ਅਨੁਸਾਰ ਨਹੀਂ ਹੈ। ਮਨ ਦੇ ਅੰਦਰੋਂ ਫਿਰ ਵਿਵੇਕ ਦਾ ਜਨਮ ਹੁੰਦਾ ਹੈ, ਜਦੋਂ ਸੱਚਮੁੱਚ ਹੀ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਅਨੁਸਾਰ ਮਨ ਢਲ ਜਾਂਦਾ ਹੈ, ਜੀਵਨ ਢਲ ਜਾਂਦਾ ਹੈ। ਫਿਰ ਜਿਹੜਾ ਆਨੰਦ ਤੇ ਸੁੱਖ ਹੁੰਦਾ ਹੈ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਆਰੰਭਤਾ ਵਿੱਚ ਜੀਵ ਦੇ ਪਾਪ ਨਾਸ਼ ਹੁੰਦੇ ਆ, ਇਸ ਕਰਕੇ ਉਹਦਾ ਮਨ ਨਹੀਂ ਲੱਗਦਾ। ਸੰਗਤ ਕਰਨੀ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ। ਸ਼ਬਦ ਨਾਲ ਜੁੜਨਾ ਬਹੁਤ ਵੱਡਮੁੱਲੀ ਬਖਸ਼ਿਸ਼ ਹੈ। ਮਨ ਇਸੇ ਕਰਕੇ ਨਹੀਂ ਸ਼ਬਦ ਵਿੱਚ ਜੁੜਦਾ ਕਿਉਂਕਿ ਪਾਪ ਨਾਸ਼ ਹੁੰਦੇ ਹੈ ਤੇ ਮਨ ਉਪਰਾਮ ਹੋਇਆ ਰਹਿੰਦਾ ਹੈ, ਉਦਾਸ ਹੋਇਆ ਰਹਿੰਦਾ ਹੈ। ਜਦੋਂ ਪਾਪਾਂ ਦੀ ਮੈਲ ਲੱਥ ਜਾਂਦੀ ਹੈ ਨਾ, ਫਿਰ ਮਨ ਨੂੰ ਸ਼ਬਦ ਵਿੱਚੋਂ ਰਸ ਆਉਣ ਲੱਗ ਪੈਂਦਾ ਹੈ। ਫਿਰ ਸਾਧ ਸੰਗਤ ਜੀ ਜਿਵੇਂ ਚੁਬਕ
ਲੋਹੇ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ ਨਾ, ਜਿਵੇਂ ਮਹਾਰਾਜ ਜੀ ਦਾ ਸ਼ਬਦ ਫਿਰ ਸਾਡੇ ਮਨ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ। ਸਾਡਾ ਮਨ ਤਾਂ ਰਸ ਹੀ ਚਾਹੁੰਦਾ ਨਾ, ਤੇ ਉਹ ਰਸ ਇੰਦਰੀਆਂ ਦੁਆਰਾ ਲੈ ਰਿਹਾ ਏ ਤੇ ਮੰਨ ਰਿਹਾ ਹੈ ਕਿ ਵੇਖਣ ਨਾਲ ਰਸ ਵੈ, ਖਾਣ ਵਿੱਚ ਰਸ ਵੈ, ਗੀਤਾਂ ਦੇ ਸੁਣਨ ਵਿੱਚ ਰਸ ਵੈ, ਚਮੜੀ ਦੇ ਪਰਸਣ ਨਾਲ ਰਸ ਵੈ, ਕੱਪੜੇ ਪਹਿਨਣ ਨਾਲ ਰਸ ਵੈ। ਇਹ ਮਨ ਰਸ ਭੁਲੇਖੇ ਕਰਕੇ ਮੰਨ ਰਿਹਾ। ਜਦੋਂ ਇਹਨੂੰ ਭਰਮ ਤੇ ਭੁਲੇਖਾ ਦੂਰ ਹੋ ਜਾਂਦਾ ਹੈ, ਫਿਰ ਇਹਨੂੰ ਪਤਾ ਲੱਗਦਾ ਹੈ ਕਿ ਰਸ ਤਾਂ ਸ਼ਬਦ ਵਿੱਚ ਵੈ, ਤੇ ਉਸ ਰਸ ਨੂੰ ਫਿਰ ਇਹਦੇ ਕੋਲੋਂ ਛੱਡਿਆ ਨਹੀਂ ਜਾਂਦਾ ਹੈ। ਸਤਿਗੁਰੂ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਹਜ਼ੂਰ ਨੇ ਇਹ ਰਸ ਸਾਧ ਸੰਗਤ ਜੀ ਇਹ ਨਹੀਂ ਵੇਖਿਆ ਕੋਈ ਮੁਸਲਮਾਨ ਹੈ, ਕੋਈ ਕਿਹੜੇ ਫਿਰਕੇ ਨਾਲ ਸੰਬੰਧਿਤ ਹੈ। ਮਹਾਰਾਜ ਜੀ ਨੇ ਸਤਿਨਾਮ ਦਾ ਰਸ ਸਭ ਦੇ ਤਾਈਂ ਇੱਕੋ ਜਿਹਾ ਬਖਸ਼ਿਸ਼ ਕੀਤਾ। ਹਜ਼ੂਰ ਦੇ ਅਨੁਯਾਈ ਬੜੇ ਬੜੇ ਕਾਜੀ ਮੁੱਲਾ ਹੋਏ, ਸੱਚੇ ਪਾਤਸ਼ਾਹ ਜੀ ਮਹਾਰਾਜ ਤੋਂ ਜਿਨ੍ਹਾਂ ਨੂੰ ਅੱਲਾ ਦੀ ਇਬਾਦਤ ਦੀ ਸੇਧ ਮਿਲੀ। ਮਹਾਰਾਜ ਕੋਲ ਇਹ 100 ਸੁਹਾਗਣਾਂ ਦਾ ਇੱਕ ਪੰਥ ਚੱਲ ਕੇ ਆਇਆ ਹੈ। ਸਤਿਗੁਰੂ ਜੀ ਕੋਲੋਂ ਪੁੱਛਦੇ ਹੈ, ਮਹਾਰਾਜ ਪਰਮੇਸ਼ਰ ਨੂੰ ਮਿਲਣ ਦਾ ਰਾਹ ਕੀ ਹੈ? ਨਾਲ ਹੀ ਕਹਿੰਦੇ ਅਸੀਂ ਤਾਂ ਇਹ ਜਾਣਿਆ ਕਿ ਇਸਤਰੀਆਂ ਵਾਲੇ ਕੱਪੜੇ ਪਾ ਕੇ ਜਦੋਂ ਆਪਣੇ ਆਪ ਨੂੰ ਉਹਦੀ ਪਤਨੀ ਮੰਨ ਕੇ ਤੇ ਪਰਮੇਸ਼ਰ ਨੂੰ ਚੇਤੇ ਕਰੀਏ ਤੇ ਫਿਰ ਬਾਹਲਾ ਪਿਆਰ ਅੰਦਰ ਉਤਪਨ ਹੁੰਦਾ ਹੈ, ਉਹਦੇ ਮਿਲਾਪ ਦਾ ਰਾਹ ਖੁੱਲ੍ਹਦਾ ਹੈ। ਸਤਿਗੁਰੂ ਜੀ ਕਹਿੰਦੇ ਬਈ ਇਹ ਤਾਂ ਗਲਤ ਹੈ। ਬਾਹਰੀ ਭੇਖ ਨਾਲ ਵਾਹਿਗੁਰੂ ਜੀ ਦਾ ਪਿਆਰ ਨਹੀਂ ਪ੍ਰਾਪਤ ਹੁੰਦਾ। ਜੇ ਬਾਹਰੋਂ ਤੁਸੀਂ ਬੀਬੀਆਂ ਵਾਲੇ ਵਸਤਰ ਪਾ ਲਏ ਹੈ ਤੇ ਹਾਰ ਸ਼ਿੰਗਾਰ ਗਹਿਣੇ ਗੱਟੇ ਸਾਰੇ ਪਹਿਰ ਲਏ ਹੈ, ਮਹਾਰਾਜ ਕਹਿੰਦੇ ਤਾਂ ਖੋਟਾ ਪਾਜ ਖੁਆਰ, ਇਹ ਤਾਂ ਪਾਜ ਦਿਖਾਵਾ ਏ ਬਾਹਰਲਾ, ਤੇ ਇਹ ਸਾਰਾ ਕਰਮ ਖੋਟਾ ਏ, ਬੁਰਾ ਏ। ਜਿਵੇਂ ਪਤੀ ਵਰਤਾ ਧਰਮ ਵਿੱਚ ਪ੍ਰਪੱਕ ਇਸਤਰੀ ਉਹ ਆਪਣੇ ਪਤੀ ਤੇ ਨਿਸ਼ਚਾ ਰੱਖਦੀ ਹੈ ਨਾ, ਮਹਾਰਾਜ ਕਹਿੰਦੇ ਐਸਾ ਨਿਸ਼ਚਾ ਨਹੀਂ ਹੈ ਤੁਹਾਡਾ। ਤੁਸੀਂ ਤਾਂ ਜਿਵੇਂ ਕੋਈ ਇਸਤਰੀ ਭੜਕੀਲੇ ਜਿਹੇ ਵਸਤਰ ਪਾ ਕੇ ਤੇ ਪਤੀ ਨੂੰ ਭੜਕਾਉਣਾ ਚਾਹੁੰਦੀ ਹੈ, ਉਹਦੇ ਅੰਦਰ ਕੇਵਲ ਵਕਾਰ ਇੱਛਾ ਹੁੰਦੀ ਹੈ। ਮਹਾਰਾਜ ਕਹਿੰਦੇ ਹੈ ਕਿ ਉਹਨੂੰ ਕੋਈ ਪਤੀ ਦਾ ਅਦਬ ਨਹੀਂ ਹੁੰਦਾ, ਸਤਿਕਾਰ ਨਹੀਂ ਹੁੰਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਫਿਰ ਇਹਨਾਂ ਪੁੱਛਿਆ ਏ, ਮਹਾਰਾਜ ਵਾਹਿਗੁਰੂ ਦਾ ਪਿਆਰ ਕਿਵੇਂ ਮਿਲਦਾ ਏ? ਸੱਚੇ ਪਾਤਸ਼ਾਹ ਜੀ ਹਜ਼ੂਰ ਆਪਣੀ ਰਸਨਾ ਤੋਂ ਸ਼ਬਦ ਦਾ ਪਹਿਲਾ ਬੰਦ ਰਹਾਉ ਦੀਆਂ ਪੰਕਤੀਆਂ ਇੱਥੇ ਤੱਕ ਕੱਲ ਕਥਾ ਹੋਈ ਸੀ। ਜਿਵੇਂ ਅੱਗੇ ਅੱਜ ਸ਼ਬਦ ਵਿੱਚ ਕਥਾ ਆ ਰਹੀ ਹੈ, ਉਹ ਮਨ ਆਪਣੇ ਚਿੱਤ ਨੂੰ ਇਕਾਗਰ ਕਰੀਏ, ਸੁਰਤ ਮਹਾਰਾਜ ਦੇ ਚਰਨਾਂ ਵਿੱਚ ਜੋੜੀਏ, ਪਿਆਰ ਨਾਲ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਗੁਰ ਸਬਦੀ ਸੀਗਾਰਿਆ। ਕੱਲ ਪੰਕਤੀ ਆਈ ਸੀ ਨਾ, ਹਰ ਜੀਓ ਇਉਂ ਪਿਰ ਰਾਵੈ ਨਾਰ। ਮਹਾਰਾਜ ਕਹਿੰਦੇ ਆ ਇਸ ਤਰ੍ਹਾਂ ਪਤੀ ਪਰਮੇਸ਼ਰ ਦੇ ਆਨੰਦ ਨੂੰ ਰਾਵੈ ਹੁੰਦਾ ਮੰਨਣਾ। ਉਹ ਨਾਰ ਉਹਨੂੰ ਕਹਿੰਦੇ ਜਿਹਦੇ ਅੰਦਰ ਜਗਿਆਸਾ ਜਾਗ ਪਵੇ। ਮਹਾਰਾਜ ਕਹਿੰਦੇ ਤੁਹਾਨੂੰ ਜਗਿਆਸਾ ਤਾਂ ਹੈ ਪਰ ਰਾਹ ਨਹੀਂ ਪਤਾ ਨਾ, ਇਸ ਕਰਕੇ ਸਾਧਨਾ ਨੂੰ ਹੀ ਕੇਵਲ ਕਰਕੇ ਪਰਮੇਸ਼ਰ ਨੂੰ ਪਾਉਣਾ ਚਾਹੁੰਦੇ ਹੋ।
ਮਹਾਰਾਜ ਨੇ ਕਿਹਾ ਇਉਂ ਪਿਰ ਰਾਵੈ ਨਾਰ। ਇਸ ਤਰੀਕੇ ਨਾਲ, ਕਿਹੜੇ ਤਰੀਕੇ ਨਾਲ? ਗੁਰਸ਼ਬਦੀ ਸਿਗਾਰੀਆ। ਜਿਨ੍ਹਾਂ ਨੇ, ਗੁਰਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਸ਼ਬਦ ਨਾਲ ਆਪਣੇ ਆਪ ਨੂੰ ਸ਼ਿੰਗਾਰਨਾ ਕੀਤਾ। ਸਾਧ ਸੰਗਤ ਜੀ, ਇਹ ਸ਼ਬਦ ਦਾ ਨਾ ਅੰਤਰੀਵ ਸ਼ਿੰਗਾਰ ਹੁੰਦਾ। ਜਿਹਨੇ ਅੰਦਰੋਂ ਸਤ ਧਾਰਨ ਕਰ ਲਿਆ, ਸੰਤੋਖ ਧਾਰਨ ਕਰ ਲਿਆ, ਵਿਵੇਕ ਧਾਰਨ ਕਰ ਲਿਆ, ਵੈਰਾਗ ਧਾਰਨ ਕਰ ਲਿਆ, ਇਹਨੇ ਸ਼ੁਭ ਗੁਣ ਆ ਜਾਂਦੇ ਆ ਕਿ ਮਨ ਜਿਹੜਾ ਨਾ ਫਿਰ ਸ਼ਿੰਗਾਰਿਆ ਜਾਂਦਾ ਹੈ। ਇਹ ਅੰਦਰਲਾ ਸਰੂਪ ਹੈ। ਬਾਹਰੋਂ ਕਿੰਨਾ ਆਪਣੇ ਸਰੂਪ ਨੂੰ ਸੋਹਣਾ ਬਣਾਉਣ ਦਾ ਯਤਨ ਕਰੀਏ, ਕਈ ਸੋਹਣਾ ਬਣਾਉਂਦੇ ਹੋਏ ਵਾਹਿਗੁਰੂ ਦੀ ਦਿੱਤੀ ਹੋਈ ਸਾਬਤ ਸੂਰਤ ਨੂੰ ਭੰਨ ਲੈਂਦੇ ਆ ਕਿ ਇਸ ਤਰ੍ਹਾਂ ਸੋਹਣੇ ਲੱਗੀਦਾ। ਪਰ ਮਹਾਰਾਜ ਕਹਿੰਦੇ ਭਾਈ ਸੋਹਣੇ ਤਾਂ ਸ਼ਬਦ ਨਾਲ ਬਣਿਆ ਜਾਂਦਾ ਹੈ। ਜਿਹੜੇ ਮਹਾਂਪੁਰਖ ਵਾਹਿਗੁਰੂ ਨਾਲ ਪਿਆਰ ਕਰਦੇ ਆ, ਸ਼ਬਦ ਦਾ ਅਭਿਆਸ ਕਰਦੇ ਆ, ਸ਼ਬਦ ਦਾ ਸ਼ਿੰਗਾਰ ਕਰਨਾ ਨਾ, ਤਾਂ ਅੰਮ੍ਰਿਤ ਵੇਲੇ ਇਕਾਂਤ ਚਿੱਤ ਹੋ ਕੇ ਵਾਹਿਗੁਰੂ ਸ਼ਬਦ ਦਾ ਆਪਣੇ ਮੁਖ ਤੋਂ ਰਸਨਾ ਨਾਲ ਜਾਪ ਕਰਨਾ, ਉਸ ਅਨੰਤ ਸ਼ਕਤੀ ਦੇ ਆਵਾਹਨ ਕਰਨ ਦਾ ਗੁਰੂ ਦੇਵ ਨੇ ਇਹ ਮੰਤਰ ਸਾਨੂੰ ਬਖਸ਼ਿਸ਼ ਕੀਤਾ ਹੈ। ਜਦੋਂ ਅਨੰਤ ਸ਼ਕਤੀ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਗੁਰੂ ਜੀ ਦੇ ਦਿੱਤੇ ਮੰਤਰ ਨਾਲ ਗੁਰਸਿੱਖ ਪੁਕਾਰਦਾ ਹੈ, ਉਹਦੇ ਮਨ ਤੋਂ ਮੈਲ ਲੱਥਦੀ ਜਾਂਦੀ ਹੈ ਤੇ ਸ਼ੁਭ ਗੁਣ ਆਪਣੇ ਆਪ ਹੀ ਅੰਦਰ ਆਈ ਜਾਂਦੇ ਆ। ਮਿੱਠਾ ਬੋਲਣ ਦਾ ਗੁਣ, ਪਰਉਪਕਾਰ ਦਾ ਗੁਣ, ਨਿਉ ਕੇ ਚੱਲਣ ਦਾ ਗੁਣ, ਆਪਣੇ ਆਪ ਵਿੱਚ ਨਿਉਣਾ ਉਦੋਂ ਪ੍ਰਾਪਤ ਹੁੰਦਾ ਹੈ ਜਦੋਂ ਸਾਰਿਆਂ ਤੋਂ ਆਪਣੇ ਆਪ ਨੂੰ ਮਾੜਾ ਸਮਝਣ ਲੱਗ ਪਵੇ ਕਿ ਮੇਰੇ ਨਾਲੋਂ ਤਾਂ ਸਾਰੇ ਚੰਗੇ ਆ ਮਨਾ, ਤੇਰਾ ਇੰਨਾ ਨੀਚ ਸੁਭਾਅ ਏ, ਇੰਨੇ ਤੇਰੇ ਬੁਰੇ ਖਿਆਲ ਨੇ, ਬਾਹਰੋਂ ਤੂੰ ਧਰਮੀ ਭੇਖ ਪਾਇਆ। ਜੇ ਤੇਰੇ ਅੰਦਰ ਦੇ ਖਿਆਲਾਂ ਦਾ ਕਿਸੇ ਨੂੰ ਪਤਾ ਲੱਗੇ ਤਾਂ ਤੈਨੂੰ ਆਪਣੇ ਕੋਲ ਨਾ ਕੋਈ ਬੈਠਣ ਦੇਵੇ। ਵੇਖ, ਇਹ ਤਾਂ ਸਤਿਗੁਰੂ ਦਾ ਉਪਕਾਰ ਹੈ, ਤੈਨੂੰ ਮਹਾਰਾਜ ਇੰਨਾ ਮਾਣ ਬਖਸ਼ਦੇ ਹੈ। ਤੂੰ ਗੁਰੂ ਜੀ ਦੇ ਸ਼ਬਦ ਦਾ ਸ਼ਿੰਗਾਰ ਕਰਿਆ ਕਰ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਹਜ਼ੂਰ ਕਹਿੰਦੇ ਹੈ, ਜਿਨ੍ਹਾਂ ਨੇ ਗੁਰੂ ਜੀ ਦੇ ਸ਼ਬਦ ਦਾ ਸ਼ਿੰਗਾਰ ਕੀਤਾ, ਆਪਣੇ ਮਨ ਨੂੰ ਸਵਾਰਿਆ ਹੈ, ਤਨ ਮਨ ਪਿਰ ਕੈ ਪਾਸ। ਪਤੀ ਵਰਤਾ ਧਰਮ ਵਿੱਚ ਪ੍ਰਪੱਕ ਇਸਤਰੀ ਆਪਣਾ ਤਨ ਅਤੇ ਆਪਣਾ ਮਨ ਪਤੀ ਨੂੰ ਅਰਪਣ ਕਰ ਦਿੰਦੀ ਹੈ। ਉਹ ਆਪਣਾ ਸਭ ਕੁਝ ਪਤੀ ਦਾ ਦਿੱਤਾ ਸਮਝਦੀ ਹੈ। ਜਿਹੜੇ ਪਤੀ ਵਰਤਾ ਧਰਮ ਵਿੱਚ ਪ੍ਰਪੱਕ ਕੌਣ ਨੇ? ਸਤਿਗੁਰੂ ਜੀ ਦੇ ਪਿਆਰੇ ਗੁਰਸਿੱਖ। ਗੁਰੂ ਮਹਾਰਾਜ ਦੇ ਪਿਆਰ ਵਿੱਚ ਇੰਨਾ ਉਹਨਾਂ ਦਾ ਚਿੱਤ ਖੀਵਾ ਹੁੰਦਾ ਹੈ, ਸਤਿਗੁਰੂ ਜੀ ਦੇ ਅੱਗੇ ਆਪਣਾ ਤਨ ਵੀ ਭੇਟ ਕਰ ਦਿੰਦੇ ਆ, ਸਦਾ ਸੇਵਾ ਵਿੱਚ ਹੀ ਸਰੀਰ ਨੂੰ ਲਾਈ ਰੱਖਦੇ ਆ। ਆਪਣਾ ਮਨ ਭੇਟ ਕਰਨਾ ਕੀ ਹੈ? ਸ਼ਬਦ ਵਿੱਚ ਮਨ ਨੂੰ ਜੋੜੀ ਰੱਖਦੇ ਆ। ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਸ਼ਬਦ ਦਾ ਸ਼ਿੰਗਾਰ ਕੀਤਾ ਨਾ, ਉਹਨਾਂ ਦਾ ਵਰਤ ਵਿਹਾਰ ਕੈਸਾ ਹੈ? ਤਨ ਮਨ ਪਿਰ ਕੈ ਪਾਸ। ਉਹਨਾਂ ਆਪਣਾ ਤਨ ਅਤੇ ਮਨ ਪਤੀ ਪਰਮੇਸ਼ਰ ਦੇ ਅੱਗੇ ਵੇਚ ਦਿੱਤਾ ਹੈ, ਭੇਟ ਕਰ ਦਿੱਤਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਐਸੀ ਉਹਨਾਂ ਨੂੰ ਮਹਾਰਾਜ ਨੇ ਪ੍ਰੀਤ ਲਾਈ ਹੈ। ਇਹ ਸ਼ਬਦ ਦੇ ਸ਼ਿੰਗਾਰ ਕਰਨ ਦਾ ਸਤਿਗੁਰੂ ਜੀ ਸਾਨੂੰ ਤਰੀਕਾ ਦੱਸਦੇ। ਜੇ ਕਹੇ ਮੈਂ ਤਾਂ ਜੀ ਬੜਾ ਜਪਦਾ ਤੇ ਕਿਰਤ ਉਹਦੀ ਭੈੜੀ ਹੈ, ਆਚਰਣ ਭੈੜਾ ਰੱਖਦਾ ਹੈ, ਕੇਵਲ ਦਿਖਾਵਾ ਹੀ ਰੱਖਦਾ ਹੈ, ਫਿਰ ਮਨ ਦਾ ਸੁਭਾਅ ਨਹੀਂ ਬਦਲਦਾ। ਜਦੋਂ
ਸਾਰੇ ਪਾਸਿਓਂ ਮਨ ਨੂੰ ਹਟਾ ਕੇ ਅੰਮ੍ਰਿਤ ਵੇਲੇ ਭਜਨ ਵਿੱਚ ਚਿੱਤ ਜੋੜਦਾ ਹੈ। ਇਹ ਸ਼ਬਦ ਦੀ ਕਲਾ ਫਿਰ ਸੰਸਾਰ ਦੇ ਅੰਦਰ ਆਪਣੇ ਸਰੀਰ ਤੇ ਵਰਤਦੀ ਉਹ ਜਿਗਿਆਸੂ ਵੇਖਦਾ ਹੈ ਕਿ ਕਿਵੇਂ ਬਦਲਾਵ ਆ ਗਿਆ, ਕਿੰਨਾ ਮਨ ਦਾ ਸੁਭਾਅ ਜਿਹੜਾ ਹੈ ਉਹ ਫਿਰ ਬੁਰੇ ਪਾਸਿਓਂ ਹਟ ਜਾਂਦਾ ਹੈ ਤੇ ਭਲੇ ਪਾਸੇ ਲੱਗ ਜਾਂਦਾ ਹੈ। ਸਤਿਗੁਰੂ ਜੀ ਦੇ ਅੱਗੇ ਜੇ ਭੇਟ ਕਰ ਦਈਏ, ਫਿਰ ਮਹਾਰਾਜ ਸਾਹਿਬ ਜੀ ਇਸ ਮਨ ਦੇ ਮਲਾਹ ਨੇ। ਸਾਡੇ ਮਨ ਦੇ ਫੁਰਨੇ ਤਾਂ ਸਾਡੇ ਆਪਣੇ ਵੱਸ ਨਹੀਂ ਹੈ, ਆਪਣੇ ਅਨੁਸਾਰ ਤਾਂ ਨਹੀਂ ਮਨ ਸਾਡੇ ਚੱਲਦਾ, ਮਨ ਸਾਨੂੰ ਆਪਣੇ ਅਨੁਸਾਰ ਚਲਾਉਂਦਾ ਹੈ। ਤੇ ਇਸ ਮਨ ਦੀ ਦਸ਼ਾ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ। ਮਹਾਰਾਜ ਕਹਿੰਦੇ ਗੁਰਮੁਖ ਨੂੰ ਹੀ ਪਤਾ ਲੱਗਦਾ ਕਿ ਮਨ ਦੀ ਦਸ਼ਾ ਕਿਹੋ ਜਿਹੀ ਹੈ। ਸ਼ਬਦ ਸ਼ੀਸ਼ਾ ਹੈ ਨਾ, ਤੇ ਮਨ ਨੂੰ ਫਿਰ ਬਾਹਰੀ ਸ਼ਕਲ ਤਾਂ ਸ਼ੀਸ਼ੇ ਵਿੱਚ ਵੇਖ ਲਈਦੀ ਹੈ, ਮਨ ਦੀ ਸ਼ਕਲ ਸ਼ਬਦ ਦੇ ਸ਼ੀਸ਼ੇ ਵਿੱਚ ਵੇਖੀਦੀ ਹੈ। ਫਿਰ ਸੱਚੇ ਪਾਤਸ਼ਾਹ ਕਹਿੰਦੇ ਐ ਉਹ ਸੁਹਾਗਣੀਆਂ ਹੁੰਦੀਆਂ, ਤੁਸੀਂ ਐਵੇਂ ਚੂੜੀਆਂ ਪਾ ਕੇ ਸੌ ਸੁਹਾਗਣ ਬਣੀ ਫਿਰਦੇ ਹੋ, ਸਗੋਂ ਆਪਣਾ ਭੇਖ ਵਿਗਾੜੀ ਫਿਰਦੇ ਹੋ। ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਸ਼ਬਦ ਨਾਲ ਆਪਣੇ ਆਪ ਨੂੰ ਸ਼ਿੰਗਾਰਿਆ, ਉਹ ਤਨ ਤੇ ਮਨ ਸਤਿਗੁਰੂ ਜੀ ਨੂੰ ਸੌਂਪ ਦਿੰਦੇ ਆ, ਪਤੀ ਪਰਮੇਸ਼ਰ ਦੇ ਅੱਗੇ ਭੇਟ ਕਰ ਦਿੰਦੇ ਆ। ਦੋਏ ਕਾਰ ਜੋੜ ਖੜੀ ਤੱਕੈ। ਫਿਰ ਦੋਵੇਂ ਹੱਥ ਜੋੜ ਕਰਕੇ ਪਤੀ ਵਰਤਾ ਇਸਤਰੀ ਆਪਣੇ ਪਤੀ ਵੱਲ ਤੱਕਦੀ ਹੈ ਕਿ ਪਤੀ ਮੈਨੂੰ ਆਗਿਆ ਕਰੇ, ਮੈਂ ਉਹਦੇ ਹੁਕਮ ਵਿੱਚ ਕਾਰ ਕਰਾਂ। ਸਾਧ ਸੰਗਤ ਜੀ, ਪਤੀ ਵਰਤਾ ਧਰਮ ਵਿੱਚ ਇੰਨੀ ਸ਼ਕਤੀ ਹੈ। ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਦੀ ਘਟਨਾ ਹੈ ਨਾ, ਤੇ ਖੂਹ ਤੇ ਜਲ ਇੱਕ ਬੀਬੀ ਭਰਦੀ ਸੀ ਤੇ ਡੋਲ ਦਿੰਦੀ ਸੀ। ਫਰੀਦ ਜੀ ਨੂੰ ਇੰਨੀ ਪਿਆਸ ਲੱਗੀ, ਕਹਿੰਦੇ ਬੀਬਾ ਮੈਂ ਜਲ ਛਕਣਾ। ਉਹ ਕਹਿੰਦੀ ਫਕੀਰਾ ਪਾਸੇ ਹਟ ਕੇ ਖਲੋ ਜਾ, ਜਦੋਂ ਵਿਹਲੀ ਹੋ ਜਾਵਾਂਗੀ ਜਲ ਛਕਾ ਦਾਂਗੀ। ਉਹ ਡੋਲੀ ਜਾਵੇ, ਫਰੀਦ ਜੀ ਨੂੰ ਗੁੱਸਾ ਆ ਗਿਆ, ਕਹਿਣ ਲੱਗੇ ਤੈਨੂੰ ਪਤਾ ਨਹੀਂ ਮੈਂ ਫਕੀਰ ਹਾਂ, ਸ਼ਰਾਪ ਦੇ ਦਾਂਗਾ, ਤੂੰ ਮੈਨੂੰ ਪਾਣੀ ਨਹੀਂ ਪਿਆ ਰਹੀ। ਤੇ ਫਰੀਦ ਜੀ ਉਹ ਜਿਹੜਾ ਰਸਤੇ ਵਿੱਚ ਵਾਕਿਆ ਕਰਕੇ ਆਏ ਨਹੀਂ ਸੀ ਨਾ, ਕਿ ਇੰਨਾ ਤਪ ਕੀਤਾ, ਮਨਾ ਵੇਖੀਏ ਸ਼ਕਤੀ ਆ ਗਈ ਕਿ ਨਹੀਂ ਆ ਗਈ ਭਲਾ। ਸੰਕਲਪ ਕੀਤਾ ਚਿੜੀਓ ਮਰ ਜਾਓ। ਚਿੜੀਆਂ ਜਦੋਂ ਮਰ ਗਈਆਂ, ਰੁੱਖਾਂ ਤੇ ਬੈਠੀਆਂ ਡਿੱਗ ਗਈਆਂ। ਫਿਰ ਮਨ 'ਚ ਦਇਆ ਆਈ ਕਿ ਕਾਹਨੂੰ ਮਾਰਨੀਆਂ ਸੀ ਚਿੜੀਆਂ, ਤੇ ਇਹਨਾਂ ਨੂੰ ਜਿਉਂਦਿਆਂ ਕਰ ਦਈਏ। ਕਹਿੰਦੇ ਚਿੜੀਓ ਜੀ ਪਾਓ। ਚਿੜੀਆਂ ਜਿਉਂਦੀਆਂ ਹੋ ਗਈਆਂ, ਖੁਸ਼ ਹੋ ਗਏ। ਫਰੀਦ ਜੀ ਵੀ ਲੈ 12 ਸਾਲ ਤਪ ਕੀਤਾ, ਸ਼ਕਤੀ ਆ ਗਈ। ਜਦੋਂ ਉੱਥੇ ਉਸ ਪਤੀਵਰਤਾ ਧਰਮ ਵਿੱਚ ਪਰਪੱਕ ਇਸਤਰੀ ਨੂੰ ਆਖਿਆ ਸ਼ਰਾਪ ਦੇ ਦਾਂਗਾ, ਤੇ ਉਹ ਬੀਬੀ ਅੱਗੋਂ ਕਹਿਣ ਲੱਗੀ ਫਕੀਰਾ ਮੈਂ ਕੋਈ ਚਿੜੀ ਨਹੀਂ ਆ ਕਿ ਤੇਰੇ ਸ਼ਰਾਪ ਨਾਲ ਮੈਂ ਮਰ ਜਾਵਾਂਗੀ ਤੇ ਤੇਰੇ ਵਰ ਨਾਲ ਜਿਉਂਦੀ ਹੋ ਜਾਵਾਂਗੀ, ਸਮੇਂ ਨਾਲ ਪਾਣੀ ਮਿਲ ਜਾਏਗਾ। ਫਰੀਦ ਜੀ ਪਿੱਛੇ ਹਟ ਗਏ, ਮਨ ਵਿੱਚ ਝੂਰਨ ਲੱਗੇ, ਮਨਾ ਤੇਰੇ ਨਾਲੋਂ ਇਸ ਬੀਬੀ ਦਾ ਜੀਵਨ ਉੱਚਾ ਹੈ, ਵੇਖ ਤੇਰੀ ਗੁਪਤ ਗੱਲ ਨੂੰ ਜਾਣਦੀ ਹੈ। ਜਦੋਂ ਉਸ ਬੀਬੀ ਨੇ ਕੋਲ ਬੁਲਾਇਆ, ਕਹਿਣ ਲੱਗੀ ਆ ਫਕੀਰਾ ਪਾਣੀ ਪੀ ਲੈ। ਫਰੀਦ ਜੀ ਕਹਿੰਦੇ ਹੁਣ ਪਾਣੀ ਕੀ ਪੀਣਾ, ਪਹਿਲਾਂ ਮੈਨੂੰ ਇਹ ਦੱਸ ਮੇਰੀ ਗੁਪਤ ਗੱਲ ਦਾ ਤੈਨੂੰ ਕਿਵੇਂ ਪਤਾ ਹੈ, ਤੇਰੇ ਵਿੱਚ ਇੰਨੀ ਸ਼ਕਤੀ ਕਿਵੇਂ ਹੈ। ਉਹ ਕਹਿੰਦੀ ਹੈ ਸਾਈਂ ਫਕੀਰ ਮੈਂ ਆਪਣੇ ਪਤੀ ਵਰਤਾ ਧਰਮ ਵਿੱਚ ਪਰਪੱਕ ਹਾਂ, ਮੈਂ ਆਪਣੇ ਪਤੀ ਤੋਂ ਬਿਨਾਂ ਕਦੇ ਕਿਸੇ ਨੂੰ ਪੁਰਖ ਨਹੀਂ ਜਾਣਿਆ, ਸਾਰਿਆਂ ਨੂੰ ਇਸਤਰੀ ਨਿਆਈ ਸਮਝਿਆ ਏ। ਏਡਾ ਮੇਰਾ ਨਿਸ਼ਚਾ ਪਰਪੱਕ ਹੋਣ ਕਰਕੇ ਪਰਮੇਸ਼ਰ ਨੇ ਮੇਰੇ ਵਿੱਚ ਸਤ ਦੀ ਸ਼ਕਤੀ ਪਾ ਦਿੱਤੀ, ਮੈਨੂੰ ਅੰਦਰ ਦੇ ਫੁਰਨੇ ਪਤਾ ਲੱਗ ਜਾਂਦੇ ਆ। ਫਰੀਦ ਜੀ ਨੇ ਆਪਣੇ ਆਪ ਨੂੰ ਤੇ ਸਮੇਂ ਕੋਸਿਆ, ਫਰੀਦਾ ਤੇਰੇ ਨਾਲੋਂ ਇਹ ਇਸਤਰੀ ਚੰਗੀ ਹੈ, ਜਿਹੜੇ ਆਪਣੇ ਪਤੀ ਦੇ ਧਰਮ ਵਿੱਚ ਪਰਪੱਕ ਹੈ, ਤੂੰ ਅੱਲਾ ਦੇ ਪਿਆਰ ਵਿੱਚ ਪਰਪੱਕ ਨਹੀਂ ਹੋਇਆ, ਅਜੇ ਤੱਕ ਸ਼ਕਤੀਆਂ ਵਿਖਾਈ ਜਾਂਦਾ, ਅਜੇ ਤੱਕ ਰਿੱਧੀਆਂ ਸਿੱਧੀਆਂ ਦੇ ਮਗਰ ਹੀ ਤੁਰਿਆ ਫਿਰਦਾ। ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਆ ਜਦੋਂ ਹਿਰਦਾ ਪਿਆਰ ਵਿੱਚ ਪਰਪੱਕ ਹੋ ਜਾਂਦਾ ਹੈ ਨਾ, ਦੋਏ ਘਰ ਜੋੜ ਖੜੀ ਤੱਕੈ। ਦੋਵੇਂ ਹੱਥ ਜੋੜਨੇ ਕੀ ਹੁੰਦੇ, ਇੱਕ ਤਾਂ ਬਾਹਰੋਂ ਦੋਵੇਂ ਹੱਥ ਅਸੀਂ ਜੋੜਦੇ ਹਾਂ,
ਸਾਧ ਸੰਗਤ ਜੀ, ਅੱਜ ਸਿੱਖ ਜਗਤ ਦੇ ਅੰਦਰ ਗੁਰਮਤਿ ਦੀ ਬਹੁਤ ਘਾਟ ਆਉਂਦੀ ਜਾ ਰਹੀ ਹੈ। ਸ੍ਰੀ ਹਰਿਮੰਦਰ ਸਾਹਿਬ ਤੁਸੀਂ ਦਰਸ਼ਨ ਕਰਦੇ ਹੋ, ਟੀਵੀ ਤੇ ਵੇਖਦਿਆਂ ਕਈ ਵਾਰ ਸਿੱਖਾਂ ਨੂੰ ਵੇਖੀਦਾ ਉਹ ਝੋਲੀ ਫੈਲਾਉਂਦੇ ਆ ਜਾਂ ਹੱਥ ਅੱਡਦੇ ਆ, ਜਿਵੇਂ ਮੁਸਲਮਾਨ ਦੁਆ ਕਰਦੇ ਆ। ਸਤਿਗੁਰੂ ਜੀ ਨੇ ਸਾਨੂੰ ਆਗਿਆ ਕੀਤੀ ਹੈ, ਦੋਏ ਕਰ ਜੋੜ ਕਰੀ ਅਰਦਾਸ। ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਦੇ ਅੱਗੇ ਅਰਦਾਸ ਕਰਨੀ। ਮਹਾਰਾਜ ਫਿਰ ਹਿਰਦੇ ਰੂਪੀ ਝੋਲੀ ਚ ਪਾਉਂਦੇ ਆ ਹਜ਼ੂਰ ਦੀ ਬਖਸ਼ਿਸ਼ਾਂ ਬਾਹਰਲੀਆਂ ਝੋਲੀਆਂ 'ਚ। ਜੇ ਮਨ ਹੀ ਨਹੀਂ ਸਿੱਧਾ ਤੇ ਕਿਵੇਂ ਪੈ ਜਾਏਗੀ? ਮਨ ਦੀ ਝੋਲੀ ਫੈਲਾਉਣੀ ਪੈਂਦੀ ਹੈ। ਉਹਦੇ ਲਈ ਫਿਰ ਜਿੱਥੇ ਬਾਹਰੋਂ ਹੱਥ ਜੋੜਦੇ ਆ ਨਾ, ਅੰਦਰੋਂ ਮਨ ਤੇ ਬੁੱਧ ਰੂਪੀ ਦੋਵੇਂ ਹੱਥ ਜੋੜਨੇ। ਤੇ ਖੜਨਾ ਕੀ ਹੁੰਦਾ ਹੈ? ਬਿਰਤੀ ਨੂੰ ਇਕਾਗਰ ਰੱਖਣਾ। ਦੋਏ ਕਰ ਜੋੜ ਖੜੀ ਤੱਕੈ। ਅੰਦਰੋਂ ਸੁਰਤ ਜਦੋਂ ਜੁੜ ਜਾਂਦੀ ਹੈ ਨਾ, ਇਹ ਹੈ ਖੜ ਜਾਣਾ, ਇਕਾਗਰ ਹੋ ਜਾਣਾ। ਤੇ ਫਿਰ ਕੇਵਲ ਤੇ ਕੇਵਲ ਹਜ਼ੂਰ ਦਾ ਸਰੂਪ ਹੀ ਤੱਕਦੇ ਆ, ਜਿਵੇਂ ਭਾਈ ਨੰਦ ਲਾਲ ਜੀ ਤੱਕਦੇ ਸੀ, ਜਿਵੇਂ ਭਾਈ ਕਨ੍ਹਈਆ ਜੀ ਤੱਕਦੇ ਸੀ। ਕਿਉਂਕਿ ਉਹ ਤਾਂ ਜੁੜ ਗਏ, ਅੰਦਰੋਂ ਮਨ ਤੇ ਬੁੱਧ ਵੀ ਜੁੜੇ ਹੋਏ ਤੇ ਸਮੈਧ ਚਿੱਤ ਹੋ ਗਏ ਆ। ਥੋੜਾ ਚਿਰ ਵੀ ਸਤਿਗੁਰੂ ਜੀ ਵਿਸਰਦੇ ਨਹੀਂ ਉਹਨਾਂ ਨੂੰ। ਇਉਂ ਇਕਾਗਰ ਚਿੱਤ ਹੋ ਕਰਕੇ ਸਤਿਗੁਰੂ ਜੀ ਦੇ ਵੱਲ ਵੇਖਦੇ ਆ, ਨਿਰੰਕਾਰ ਦਾ ਦਰਸ਼ਨ ਕਰਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਫਿਰ ਆਪਣੇ ਮੁਖ ਤੋਂ ਇੰਨੇ ਇਕਾਗਰ ਹੋ ਕਰਕੇ ਕੀ ਜੋਦੜੀਆਂ ਕਰਦੇ ਆ। ਹਜ਼ੂਰ ਫਰਮਾਉਂਦੇ ਹਨ, ਸੱਚ ਕਹਿ ਅਰਦਾਸ। ਆਪਣੇ ਮੁਖ ਤੋਂ ਸੱਚਾ ਨਾਮ ਕਹਿੰਦੇ ਆ, ਸੱਚੇ ਦੀ ਸਿਫਤ ਕਹਿੰਦੇ ਆ, ਵਡਿਆਈ ਕਰਦੇ ਆ। ਤੇ ਫਿਰ ਸਾਧ ਸੰਗਤ ਜੀ, ਉਹ ਵਡਿਆਈ ਕਰਦੇ ਹੋਏ ਅਰਦਾਸਾਂ ਹੀ ਕਰੀ ਜਾਂਦੇ ਆ। ਮਹਾਰਾਜ ਤੇਰੇ ਤੋਂ ਬਿਨਾ ਕੋਈ ਨਹੀਂ ਹੋਰ ਮੇਰਾ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਮਹਾਰਾਜ ਤੇਰੇ ਤੋਂ ਬਿਨਾ ਕੋਈ ਨਹੀਂ ਮੈਨੂੰ ਆਸਰਾ। ਇੰਨੀ ਸ਼ਕਤੀ ਦੇ ਮਾਲਕ ਹੁੰਦੇ ਹੋਏ ਵੀ ਕਹਿੰਦੇ ਆ ਕਿ ਮੈਨੂੰ ਤੇਰੇ ਤੋਂ ਬਿਨਾ ਕੁਝ ਨਹੀਂ ਚਾਹੀਦਾ। ਮੇਰਾ ਤਾਂ ਮਹਾਰਾਜ ਇੱਕੋ ਇੱਕ ਤੁਸੀਂ ਹੀ ਥਾਂ ਹੋ। ਇਉਂ ਸੱਚੀਆਂ ਅਰਦਾਸਾਂ ਆਪਣੇ ਮੁਖ ਤੋਂ ਕਹਿੰਦੇ ਆ। ਦੁਨਿਆਵੀ ਚੀਜ਼ਾਂ ਦੀ ਮੰਗ ਮੁੱਕ ਜਾਂਦੀ ਹੈ, ਸਾਰੀਆਂ ਹੀ ਭੁੱਖਾਂ ਸ਼ਬਦ ਨਾਸ਼ ਕਰ ਦਿੰਦਾ ਹੈ। ਇੱਕੋ ਇੱਕ ਫਿਰ ਵਾਹਿਗੁਰੂ ਦੀ ਭੁੱਖ ਲੱਗਦੀ ਹੈ ਤੇ ਉਹ ਫਿਰ ਭੁੱਖ ਇੰਨੀ ਤੀਬਰ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ ਸਿੱਧਾਂ ਨੇ, ਮਹਾਰਾਜ ਤੁਹਾਨੂੰ ਕਿੰਨੀ ਕੁ ਸੱਚੇ ਨਾਮ ਦੀ ਭੁੱਖ ਹੈ? ਸਤਿਗੁਰੂ ਜੀ ਕਹਿੰਦੇ, ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਹਿ ਨਾ ਭੁੱਖ। ਹਜ਼ੂਰ ਕਹਿੰਦੇ, ਮਾਰੂ ਥਲ ਮੀਂਹ ਪੈਣ ਨਾਲ ਕਿਤੇ ਰੱਜ ਜਾਂਦਾ ਰੇਤ। ਰੇਤਲਾ ਮਾਰੂ ਥਲ ਕਹਿੰਦਾ ਵੀ ਲੈ ਵੀ ਮੀਂਹ ਪੈ ਗਿਆ, ਹੁਣ ਮੈਂ ਰੱਜ ਗਿਆ, ਹੁਣ ਨਹੀਂ ਮੈਂ ਹੋਰ ਪਾਣੀ ਪੀ ਸਕਦਾ। ਮਾਰੂ ਥਲ ਤਾਂ ਜਿੰਨਾ ਮਰਜੀ ਮੋਹਲੇ ਧਾਰ ਮੀਂਹ ਪਈ ਜਾਵੇ, ਉਹ ਵਿੱਚੇ ਹੀ ਜਜ਼ਬ ਹੁੰਦਾ ਹੀ ਚਲਿਆ ਜਾਂਦਾ। ਮਹਾਰਾਜ ਕਹਿੰਦੇ, ਜਿਵੇਂ ਮਾਰੂ ਥਲ ਨਹੀਂ ਨਾ ਸਿੱਧੋ ਰੱਜਦਾ, ਐਵੇਂ ਵਾਹਿਗੁਰੂ ਦੇ ਨਾਮ ਨਾਲ ਸਾਨੂੰ ਰੱਜ ਨਹੀਂ ਆਉਂਦਾ, ਹੋਰ ਤੀਬਰ ਇੱਛਾ ਜਾਗਦੀ। ਸੰਸਾਰ ਦੇ ਪਦਾਰਥਾਂ ਵੱਲੋਂ ਰੱਜ ਆ ਜਾਂਦਾ, ਪਰਲੋਕ ਦੇ ਭੋਗਾਂ ਵੱਲੋਂ ਰੱਜ ਆ ਜਾਂਦਾ, ਪਰ ਨਾਮ ਵੱਲੋਂ ਰੱਜ ਨਹੀਂ ਆਉਂਦਾ ਕਿ ਥੋੜਾ ਜਪਿਆ, ਹੋਰ ਜਪੀਏ। ਅਸੀਂ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ 35 ਸੁਖਮਨੀ ਸਾਹਿਬ ਦੇ ਪਾਠ ਕਰਦੇ ਸੀ। ਇੱਕ ਤੋਂ ਇੱਕ ਅੱਗੇ ਹੋਰ ਤੀਬਰ ਇੱਛਾ ਜਾਗਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਇਉਂ ਮਨ ਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਭੁੱਖ ਲੱਗਦੀ ਹੈ। ਫਿਰ ਅੱਗੀ ਲਹਿ ਨਾ ਭੁੱਖ, ਅੱਗ ਮੱਚਦੀ ਹੈ, ਉਹਦੇ ਵਿੱਚ 2 ਲੱਕੜਾਂ ਪਾ ਦਿਓ ਤੇ ਕਹੇ ਅੱਗ ਤੂੰ ਹੁਣ ਰੱਜ ਗਈ ਹੈ। ਅੱਗ ਤਾਂ ਕਹਿੰਦੀ ਹੈ ਭਾਵੇਂ ਸਾਰਾ ਸੰਸਾਰ ਹੀ ਮੇਰੇ 'ਚ ਭਸਮ ਕਰ ਦਿਓ, ਹੋਰ ਸਗੋਂ ਮੱਚਦੀ ਹੈ। ਮਹਾਰਾਜ ਕਹਿੰਦੇ, ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਪ੍ਰੇਮੀ ਹੋ ਜਾਂਦੇ ਆ ਨਾ, ਉਹ ਸੱਚੇ ਨਾਮ ਨੂੰ ਜਪਦੇ ਹੋਏ ਵਾਹਿਗੁਰੂ ਦਾ ਰੂਪ ਹੀ ਹੋ ਜਾਂਦੇ ਆ। ਤੇ ਜਦੋਂ ਸੱਚੇ ਨਾਮ ਦੀ ਉਹਨਾਂ ਨੂੰ ਇੰਨੀ ਭੁੱਖ ਲੱਗਦੀ ਹੈ, ਦੁੱਖ ਸਾਰੇ ਹੀ ਉਸ ਨਾਮ ਦੇ ਪ੍ਰਚੰਡ ਗਿਆਨ ਕਰਕੇ ਨਾਸ਼ ਹੋ ਜਾਂਦੇ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਇਉਂ ਸੱਚੇ ਨਾਮ ਨੂੰ ਆਪਣੇ ਮੁਖ ਤੋਂ ਜਪਦੇ ਐ, ਅਰਦਾਸਾਂ ਕਰਦੇ ਆ ਨਿਮਾਣੇ ਹੋ ਕਰਕੇ। ਲਾਲ ਰੱਤੇ
ਸਚ ਭੈ ਵਸੇ। ਮਹਾਰਾਜ ਉਹਨਾਂ ਦੀ ਕੋਈ ਨਿਸ਼ਾਨੀ ਦੱਸੋ। ਹਜੂਰ ਕਹਿੰਦੇ ਲਾਲ ਜਿਹੜਾ ਪਿਆਰਾ ਹੈ ਨਾ ਪਰਮੇਸ਼ਰ, ਉਹਦੇ ਵਿੱਚ ਉਹਨਾਂ ਦੀ ਸੁਰਤ ਰੱਤੀ ਰੰਗੀ ਜਾਂਦੀ ਹੈ ਤੇ ਸੱਚੇ ਵਾਹਿਗੁਰੂ ਦੇ ਭੈ ਵਿੱਚ ਉਹਨਾਂ ਦੀ ਸੁਰਤ ਵਸਦੀ ਹੈ। ਕਦੇ ਇਹ ਨਹੀਂ ਕਿ ਤਿੰਨਾਂ ਚੌਂ ਕਮਰਿਆਂ ਵਿੱਚ ਲੁਕ ਕੇ ਕਿਤੇ ਕੋਈ ਨਹੀਂ ਵੇਖਦਾ। ਜਿਵੇਂ ਕੋਈ ਕਰਮ ਕਰਨ ਲੱਗਾ ਸੀ ਤੇ ਬਾਹਰ ਇਹ ਸਿੱਖਣ ਵਾਸਤੇ ਹੁੰਦੀਆਂ ਗੱਲਾਂ। ਕਹਿੰਦੇ ਇੱਕ ਢੋਲ ਵਜਾ ਰਿਹਾ ਸੀ, ਉਹਨੂੰ ਪੁੱਛਦਾ ਤੂੰ ਕੌਣ ਹੈ? ਕਹਿੰਦਾ ਮੈਂ ਕਰਮ ਦੇਵਤਾ। ਕਹਿੰਦਾ ਤੂੰ ਕਰਮ ਕਰਨ ਲੱਗਾ, ਮੈਂ ਤੈਨੂੰ ਹਟਾਉਣਾ ਨਹੀਂ, ਪਰ ਮੈਂ ਢੋਲ ਦੇ ਡੱਗੇ ਨਾਲ ਪ੍ਰਗਟ ਕਰਨਾ। ਇਹ ਤੇਰਾ ਕਰਮ ਲੁਕਿਆ ਨਹੀਂ ਰਹਿ ਸਕਦਾ। ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਹੈ ਉਹ ਵਾਹਿਗੁਰੂ ਜੀ ਨੂੰ ਹਰ ਸਮੇਂ ਆਪਣੇ ਕੋਲ ਜਾਣਦੇ ਆ। ਸੱਚੇ ਵਾਹਿਗੁਰੂ ਦੇ ਪਿਆਰ ਵਿੱਚ ਉਹਨਾਂ ਦੀ ਚਿੱਤ ਦੀ ਬਿਰਤੀ ਰੱਤੀ ਰੰਗੀ ਜਾਂਦੀ ਹੈ ਤੇ ਸੱਚ ਭੈ ਵਸੀ। ਸੱਚੇ ਵਾਹਿਗੁਰੂ ਦੇ ਭੈ ਵਿੱਚ ਉਹ ਸਦਾ ਵਸਦੇ ਆ, ਵਾਹਿਗੁਰੂ ਦਾ ਡਰ ਸਦਾ ਮੰਨਦੇ ਆ। ਭਾਏ ਰਤੀ ਰੰਗ ਰਾਸ। ਭਾਏ ਪਿਆਰ ਦੇ ਵਿੱਚ ਉਹਨਾਂ ਦੀ ਸੁਰਤ, ਉਹਨਾਂ ਦੀ ਬਿਰਤੀ ਰੰਗੀ ਹੋਈ ਇੰਨੀ ਆਨੰਦਿਤ ਹੁੰਦੀ ਹੈ। ਉਹ ਕਹਿੰਦੇ ਮਹਾਰਾਜ ਸਾਡੇ ਕੋਲ ਤਾਂ ਹੋਰ ਕੁਛ ਨਹੀਂ, ਤੇਰੇ ਪਿਆਰ ਦੀ ਰਾਸ ਹੈ, ਤੇਰੇ ਪਿਆਰ ਦੀ ਪੂੰਜੀ ਹੈ। ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਖਿਆ, ਭਾਈ ਪੁਰਖਾ ਜਾਓ ਕਾਬਲ, ਉੱਥੇ ਵਿਦਵਾਨਾਂ ਦੀ ਇਕੱਤਰਤ ਹੈ ਤੇ ਉਹਨਾਂ ਨੂੰ ਗੁਰੂ ਘਰ ਦਾ ਆਂਸ਼ਾ ਦੱਸੋ। ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਆਖਿਆ, ਸੱਚੇ ਪਾਤਸ਼ਾਹ ਸਾਨੂੰ ਤਾਂ ਆਪ ਜੀ ਦੇ ਚਰਨਾਂ ਨਾਲ ਪਿਆਰ ਕਰਨ ਤੋਂ ਬਿਨਾਂ ਹੋਰ ਕੁਝ ਨਹੀਂ ਆਉਂਦਾ। ਮਹਾਰਾਜ ਅਸੀਂ ਕੋਈ ਵਿਦਿਆ ਨਹੀਂ ਪੜ੍ਹੇ, ਸੱਚੇ ਪਾਤਸ਼ਾਹ ਅਸੀਂ ਉੱਥੇ ਕੀ ਵਿਦਵਾਨਾਂ ਵਿੱਚ ਕਹਾਂਗੇ। ਤੇ ਮਹਾਰਾਜ ਦੀ ਪ੍ਰੀਤ ਇੰਨੀ ਉੱਤਮ ਹੈ, ਸਾਰੀ ਵਿਦਿਆ ਉਹਨਾਂ ਦੇ ਅੱਗੇ ਦਾਸੀ ਬਣ ਕੇ ਖਲੋ ਜਾਂਦੀ। ਹਜੂਰ ਨੇ ਕਿਹਾ ਸੀ ਜਦੋਂ ਤੁਸੀਂ ਮੂਲ ਮੰਤਰ ਦਾ ਜਾਪ ਕਰਕੇ ਆਪਣੇ ਖੱਬੇ ਹੱਥ ਤੱਕੋਗੇ, ਸਾਰੀ ਵਿਦਿਆ ਹੱਥ ਜੋੜ ਕੇ ਖਲੋਤੀ ਹੋਵੇਗੀ, ਜੋ ਕਹੋਗੇ ਸਤ ਹੋ ਜਾਵੇਗਾ। ਐਡਾ ਵੱਡਾ ਪ੍ਰਸਾਦ ਜਿਨ੍ਹਾਂ ਨੂੰ ਪਿਆਰ ਲੱਗ ਜਾਂਦਾ ਹੈ, ਉਹ ਕਹਿੰਦੇ ਐ ਪ੍ਰੀਤ ਲੱਗੀ ਹਰ ਨਾਮ ਸਿਉ ਇਹ ਹਸਤੀ ਘੋੜੇ। ਮਹਾਰਾਜ ਸਾਡੇ ਤੇ ਇਹੋ ਹੀ ਹਾਥੀ, ਇਹੋ ਹੀ ਘੋੜੇ ਹੈ, ਇਹੀ ਜਾਇਦਾਦ ਹੈ, ਇਹੀ ਵੱਡੇ ਮਹਿਲ ਹੈ ਕਿ ਆਪ ਜੀ ਦੇ ਨਾਮ ਨਾਲ ਸਾਡੀ ਪ੍ਰੀਤ ਲੱਗੀ ਹੋਈ ਹੈ, ਸਾਡੀ ਇਹੋ ਹੀ ਰਾਸ ਪੂੰਜੀ ਹੈ। ਪ੍ਰੇਮ ਕੀ ਚੇਰੀ ਕਾਂਡੀਐ। ਇਹ ਪਤੀ ਪਰਮੇਸ਼ਰ ਦੀ ਮਹਾਰਾਜ ਕਹਿੰਦੇ ਚੇਰੀ ਦਾਸੀ ਜਿਹੜੀ ਆ ਉਹ ਕਾਂਡੀਆ ਕਹੀ ਜਾਂਦੀ ਆ। ਲਾਲੀ ਮਾਨੈ ਨਾਉ। ਜਿਨਨੇ ਆਪਣਾ ਨਾਮ ਹੀ ਲਾਲੀ ਦਾਸੀ ਮੰਨ ਲਿਆ ਹੋਵੇ ਕਿ ਮੈਂ ਤਾਂ ਦਾਸ ਹਾਂ, ਕਹਿਣਾ ਤੇ ਮੰਨ ਲੈਣਾ, ਮੁੱਲ ਖਰੀਦੀ ਲਾਲਾ ਗੋਲਾ। ਮਹਾਰਾਜ ਸਾਹਿਬ ਜੀ ਕਹਿੰਦੇ, ਉਹ ਕਹਿੰਦੇ ਅਸੀਂ ਤਾਂ ਮਹਾਰਾਜ ਤੇਰੇ ਮੁੱਲ ਖਰੀਦੇ ਹੋਏ ਗੁਲਾਮ ਆ। ਤੇ ਗੁਲਾਮ ਦੀ ਕੋਈ ਤਨਖਾਹ ਨਹੀਂ ਹੁੰਦੀ, ਗੁਲਾਮ ਦੀ ਕੋਈ ਇੱਛਾ ਨਹੀਂ ਹੁੰਦੀ। ਮਹਾਰਾਜ ਤੇਰੇ ਤੋਂ ਬਿਨਾਂ ਤਾਂ ਮੈਨੂੰ ਕੁਝ ਨਹੀਂ ਚਾਹੀਦਾ। ਸਤਿਗੁਰੂ ਜੀ ਕਹਿੰਦੇ ਉਹ ਪਤੀ ਪਰਮੇਸ਼ਰ ਦੀ ਚੇਲੀ ਦਾਸੀ ਸੇਵਕ ਉਹ ਮਹਾਤਮਾ ਗੁਰਸਿੱਖ ਕਹੇ ਜਾਂਦੇ ਐ ਜਿਨ੍ਹਾਂ ਨੇ ਆਪਣੇ ਨਾਮ ਨੂੰ ਇਹ ਹੀ ਮੰਨ ਲਿਆ ਕਿ ਸਾਡਾ ਕੀ ਨਾਮ ਹੈ, ਅਸੀਂ ਤਾਂ ਮਹਾਰਾਜ ਤੇਰੇ ਗੋਲੇ ਆ, ਗੁਲਾਮ ਆ, ਦਾਸ ਹਾਂ। ਸਾਚੀ ਪ੍ਰੀਤ ਨਾ ਟੁੱਟਾਈ। ਜੇ ਇਹ ਸੱਚੀ ਪ੍ਰੀਤ ਲੱਗ ਜਾਵੇ ਨਾ ਫਿਰ ਤੋਰੀ ਨਾ ਟੂਟੈ, ਛੋਰੀ ਨਾ ਛੂਟੈ, ਐਸੀ ਮਾਧੋ ਖਿੰਚਤ ਨਹੀਂ। ਇਹ ਫਿਰ ਟੁੱਟਿਆ ਨਹੀਂ, ਟੁੱਟਦੀ ਚਾਹੇ ਕੋਈ ਸਿਰ ਤੇ ਆਰਾ ਫੇਰ ਦੇਵੇ। ਸੱਚੇ ਪਾਤਸ਼ਾਹ ਕਹਿੰਦੇ ਆ ਸਾਚੀ ਪ੍ਰੀਤ ਨਾ ਟੁੱਟਈ। ਇਹ ਸੱਚੀ ਪ੍ਰੀਤ ਜਿਹੜੀ ਹੈ ਕਦੇ ਫਿਰ ਟੁੱਟਦੀ ਨਹੀਂ ਹੈ। ਸਾਚੇ ਮੇਲ ਮਿਲਾਓ। ਸੱਚੇ ਵਾਹਿਗੁਰੂ ਜੀ ਨੇ ਪਹਿਲਾਂ ਗੁਰੂਦੇਵ ਨਾਲ ਮਿਲਿਆ, ਗੁਰੂ ਕੇ ਸਿੱਖ ਬਣੇ ਤੇ ਫਿਰ ਗੁਰੂ ਸਾਹਿਬ ਨੇ ਵਾਹਿਗੁਰੂ ਦੇ ਅੰਦਰ ਮਿਲਾ ਦਿੱਤਾ। ਇਹ ਉਪਕਾਰ ਗੁਰੂਦੇਵ ਨੇ ਕੀਤਾ। ਸੱਚੇ ਨੇ ਪ੍ਰੇਰਿਆ ਅੰਦਰੋਂ, ਗੁਰੂਦੇਵ ਦੀ ਸ਼ਰਨ ਮਿਲ ਆ ਗਏ, ਸੰਗਤ ਵਿੱਚ ਆ ਗਏ। ਗੁਰੂਦੇਵ ਨੇ ਉਪਕਾਰ ਕੀਤਾ, ਵਾਹਿਗੁਰੂ ਵਿੱਚ ਮਿਲਾ ਦਿੱਤਾ। ਸ਼ਬਦ ਰਤੀ ਮਨ ਵਿਦਿਆ। ਜਿਨ੍ਹਾਂ ਦੀ ਬਿਰਤੀ ਸ਼ਬਦ ਦੇ ਵਿੱਚ ਮਹਾਰਾਜ ਕਹਿੰਦੇ ਰੰਗੀ ਜਾਂਦੀ ਹੈ ਨਾ, ਪਹਿਲਾਂ ਵੀ ਤੁਸੀਂ ਵੀ ਸੌ ਸੁਹਾਗਣ ਬਣੇ ਹੋਏ ਹੋ, ਤੁਹਾਨੂੰ ਦੱਸਦੇ ਉਹਨਾਂ ਦੀ ਨਿਸ਼ਾਨੀ ਕੀ ਹੈ।
ਮਹਾਰਾਜ ਕਹਿੰਦੇ ਆ ਸ਼ਬਦ ਰਤੀ ਮਨ ਵਿਦਿਆ। ਉਹਨਾਂ ਦਾ ਮਨ ਜਿਹੜਾ ਨਾ ਫਿਰ ਉਹ ਇਹੋ ਜਿਹਾ ਵਿੰਨਿਆ ਜਾਂਦਾ ਹੈ ਜਿਵੇਂ ਹੀਰੇ 'ਚ ਛੇਕ ਹੋਰ ਨਹੀਂ ਤਰੀਕੇ ਨਾਲ ਪੈਂਦਾ, ਹੀਰੇ ਨੂੰ ਹੀਰਾ ਹੀ ਵਿੰਨਦਾ। ਮਨ ਨੂੰ ਕਿਸੇ ਤਰੀਕੇ ਨਾਲ ਵਿੰਨਿਆ ਨਹੀਂ ਜਾਂਦਾ, ਸ਼ਬਦ ਨਾਲ ਵਿੰਨਿਆ ਜਾਂਦਾ। ਜਿਹੜਾ ਕਾਮ ਹੈ ਨਾ, ਇਹਨੂੰ ਕੌਣ ਵਿੰਨ ਸਕਿਆ? ਵੱਡੇ ਵੱਡੇ ਸਿੰਘੀ ਰਿਖੀ ਵਰਗੇ ਡੋਲ ਗਏ ਇੰਨਾ ਸਮਾਂ ਤਪ ਕਰਕੇ ਵੀ। ਪਰ ਜਿਨ੍ਹਾਂ ਸ਼ਬਦ ਨਾਲ ਵਾਹਿਗੁਰੂ ਨਾਲ ਪਿਆਰ ਪਾ ਲਿਆ, ਕਮਾਈ ਕਰਦਿਆਂ ਸ਼ਬਦ ਦੀ, ਉਹਨਾਂ ਨੇ ਕਾਮ ਨੂੰ ਵਿੰਨ ਦਿੱਤਾ, ਕ੍ਰੋਧ ਨੂੰ ਵਿੰਨ ਦਿੱਤਾ ਆਪਣੇ ਅੰਦਰੋਂ। ਸੱਚੇ ਪਾਤਸ਼ਾਹ ਕਹਿੰਦੇ ਉਹ ਸ਼ਬਦ ਦੇ ਵਿੱਚ ਜਿਨ੍ਹਾਂ ਦਾ ਚਿੱਤ ਰੰਗਿਆ ਗਿਆ, ਉਹਨਾਂ ਦੇ ਆਪਣੇ ਮਨ ਨੂੰ ਵਿੰਨ ਲਿਆ ਹੈ। ਵਿਰਾਗ ਦਾ ਛੇਕ ਪਾ ਕੇ ਸਤਿਗੁਰੂ ਦੇ ਨਾਮ ਦਾ ਗਹਿਣਾ ਧਾਰਨ ਕਰ ਲਿਆ ਏ। ਹਉ ਸਾਧ ਬਲਿਹਾਰੈ ਜਾਓ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਉਹਨਾਂ ਤੋਂ ਸਦਾ ਬਲਿਹਾਰ ਕੁਰਬਾਨ ਜਾਂਦੇ ਹਾਂ। ਸਾ ਧਨ ਰੰਡ ਨਾ ਬੈਸਾਈ। ਸਾਧ ਸੰਗਤ ਜੀ, ਜਿਵੇਂ ਰੰਡ ਸ਼ਬਦ ਮਹਾਰਾਜ ਨੇ ਵਰਤਿਆ, ਕਈ ਇਉਂ ਖਿਆਲ ਕਰਦੇ ਹੁੰਦੇ ਆ ਕਿ ਇਹੋ ਜਿਹੀਆਂ ਗੱਲਾਂ ਜੀ ਸਿੱਧੀਆਂ ਨਹੀਂ ਕਹਿਣੀਆਂ ਚਾਹੀਦੀਆਂ, ਪਰ ਹਜ਼ੂਰ ਬਾਣੀ ਵਿੱਚ ਹੀ ਸਿੱਖਿਆ ਦਿੰਦੇ ਆ। ਜਿਹੜੀ ਇਸਤਰੀ ਵਿਧਵਾ ਹੋ ਜਾਂਦੀ ਹੈ ਨਾ, ਪਤੀ ਸਿਰ ਤੋਂ ਚਲਿਆ ਜਾਂਦਾ ਹੈ, ਉਹਦਾ ਸਮਾਜ ਵਿੱਚ ਫਿਰ ਕੋਈ ਮਾਣ ਨਹੀਂ ਰਹਿੰਦਾ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਆਪਣਾ ਪਤੀ ਮੰਨਿਆ ਹੈ, ਸਾ ਧਨ, ਉਹ ਧਨ ਜੀਵ ਰੂਪੀ ਇਸਤਰੀ, ਭਾਵ ਉਹ ਗੁਰਮੁਖੋ ਮਹਾਤਮਾ ਕਦੇ ਵਿਧਵਾ ਹੋ ਕੇ ਨਹੀਂ ਬੈਠਦੇ, ਕਿਉਂਕਿ ਸੱਚਾ ਵਾਹਿਗੁਰੂ ਤਾਂ ਸਦਾ ਹੀ ਹੈ, ਤੂੰ ਸਦਾ ਸਲਾਮਤ ਨਿਰੰਕਾਰ। ਉਹ ਪਤੀ ਨਾ ਮਰਦਾ ਨਾ ਜੰਮਦਾ ਹੈ, ਇਸ ਕਰਕੇ ਉਹ ਸਦਾ ਸੁਹਾਗਣ ਰਹਿੰਦੇ ਆ। ਕਦੇ ਰੰਡੀਆਂ ਦੀ ਤਰ੍ਹਾਂ, ਵਿਧਵਾ ਦੀ ਤਰ੍ਹਾਂ ਉਹ ਵਿਧਵਾ ਹੋ ਜਾਂਦੇ ਜਿਹੜੇ ਗੁਰੂ ਕੇ ਕਕਾਰਾਂ ਨੂੰ ਵੀ ਲਾ ਦਿੰਦੇ, ਜਿਹੜੇ ਸਤਿਗੁਰੂ ਦੀ ਬਾਣੀ ਤੋਂ ਮੂੰਹ ਸੱਖਣੇ ਹੋ ਜਾਂਦੇ ਆ, ਨਾਮ ਤੋਂ ਖਾਲੀ ਹੋ ਜਾਂਦੇ ਆ, ਗੁਰੂ ਜੀ ਦੀ ਸਿੱਖਿਆ ਨੂੰ ਤਜਾਂਦਲੀ ਦੇ ਦਿੰਦੇ ਆ, ਉਹ ਸਾਧ ਸੰਗਤ ਜੀ ਵਿਧਵਾ ਦੀ ਤਰ੍ਹਾਂ ਤੁਰੇ ਫਿਰਦੇ ਆ। ਤੇ ਜਿਹੜੇ ਪਿਆਰ ਵਿੱਚ ਰੰਗੇ ਹੋਏ ਆ, ਉਹ ਕਦੇ ਵਿਧਵਾ ਦੀ ਤਰ੍ਹਾਂ ਨਹੀਂ ਬੈਠਦੇ, ਉਹਨਾਂ ਨੂੰ ਤਾਂ ਸਦਾ ਪਤੀ ਇੱਕ ਰਸ ਰਹਿਣ ਵਾਲਾ ਮਿਲਿਆ ਹੋਇਆ ਏ। ਜੇ ਸਤਿਗੁਰ ਮਾਹੇ ਸਮਾਏ। ਕੌਣ? ਜਿਹੜੇ ਸਤਿਗੁਰੂ ਜੀ ਦੇ ਵਿੱਚ ਸਮਾ ਜਾਂਦੇ ਆ, ਅਭੇਦ ਹੋ ਜਾਂਦੇ ਆ। ਜਿਵੇਂ ਮਹਾਰਾਜ ਕਿਹਾ, ਭਾਈ ਨੰਦ ਲਾਲ ਤੇਰੇ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਹੀ ਨਹੀਂ ਰਹਿ ਗਿਆ। ਮਹਾਰਾਜ ਵਿੱਚ ਜਿਹੜੇ ਸਮਾ ਜਾਂਦੇ ਆ, ਉਹ ਕਦੇ ਛੁੱਟੜ ਇਸਤਰੀ ਦੀ ਤਰ੍ਹਾਂ ਝੂਰਦੇ ਨਹੀਂ ਹਨ। ਪੇਰ ਰੀ ਸਾਲੂ ਨੌਤਨੋ। ਜਿਹੜਾ ਪਿਰ ਪਤੀ ਪਰਮੇਸ਼ਰ ਹੈ ਨਾ, ਹਜੂਰ ਕਹਿੰਦੇ ਆ ਉਹ ਰੀਸਾਲੂ, ਰਸਾਂ ਦਾ ਆਲੂ ਘਰ ਹੈ ਉਹ, ਤੇ ਨੌਤਨੋ ਸਦਾ ਨਵੀਨ ਹੈ। ਇੱਕ ਵਾਰੀ ਵਾਹਿਗੁਰੂ ਕਹਿਣ ਨਾਲ ਕਹੇ ਕਿ ਹੁਣ ਬੇਰਸੀ ਹੋ ਗਈ, ਨਹੀਂ ਵਾਰ-ਵਾਰ ਕਹਿਣ ਨਾਲ ਸਗੋਂ ਰਸ ਆਉਂਦਾ ਏ। ਸਾਚੋ ਮਰੈ ਨਾ ਜਾਏ। ਉਹ ਸੱਚ ਸਰੂਪ ਨਾ ਮਰਦਾ ਨਾ ਕਿਤੇ ਜਾਂਦਾ ਹੈ, ਉਹ ਤਾਂ ਮਹਾਰਾਜ ਕਹਿੰਦੇ ਸਦਾ ਇੱਕ ਜਿਹਾ ਸਭ ਥਾਵਾਂ ਤੇ ਵਿਆਪਕ ਹੈ, ਆਕਾਸ਼ ਦੀ ਨਿਆਈ। ਨਿਤ ਰਵੈ ਸੁਹਾਗਣੀ। ਜਿਹੜੀਆਂ ਸੁਹਾਗਣੀਆਂ ਨੇ, ਮਹਾਂਪੁਰਖ ਨੇ, ਗੁਰਸਿੱਖ ਨੇ ਪਿਆਰ ਦੇ ਵਿੱਚ ਰੰਗੇ ਹੋਏ, ਨਿਤਾ ਪ੍ਰਤੀ ਉਹਦੇ ਪਿਆਰ ਦੇ ਆਨੰਦ ਨੂੰ ਰਵੈ ਮਾਣਦੇ ਆ। ਸਾਚੀ ਨਦਰ ਰਜਾਏ। ਮੇਰੇ ਵਾਹਿਗੁਰੂ ਦੀ ਸੱਚੀ ਮਿਹਰ ਦੀ ਨਿਗਾਹ ਉਹਨਾਂ ਦੇ ਉੱਤੇ। ਕਿਉਂ? ਕਿਉਂਕਿ ਰਜਾ ਵਿੱਚ ਚੱਲਦੇ ਆ, ਭਾਣੇ ਵਿੱਚ ਚੱਲਦੇ ਆ। ਮਹਾਰਾਜ ਤੇਰਾ ਭਾਣਾ ਮਿੱਠਾ ਲੱਗੇ, ਤੇ ਹਜੂਰ ਦੇ ਭਾਣੇ ਵਿੱਚ ਚੱਲਦੇ ਹੋਏ ਖੁਸ਼ ਰਹਿੰਦੇ ਆ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਉੱਤੇ ਸੱਚੀ ਨਿਗਾਹ ਵਾਹਿਗੁਰੂ ਦੀ। ਸਦਾ ਪਰਮੇਸ਼ਰ ਉਹਨਾਂ ਦੇ ਸਾਹਾਂ ਨੂੰ ਵੀ ਇਉਂ ਸੰਭਾਲ ਕੇ ਕਿ ਕਿਤੇ ਵਿੰਗਾ ਟੇਢਾ ਨਾ ਆ ਜਾਏ ਮੇਰੇ ਦਾਸ ਨੂੰ। ਸੱਚੇ ਪਾਤਸ਼ਾਹ ਕਹਿੰਦੇ ਉਹ ਵਾਹਿਗੁਰੂ ਸੰਭਾਲਦੇ ਆ ਸੇਵਕ ਜਾਣ ਕੇ। ਸਾਚ ਧੜੀ ਧਨ ਮਾਡੀਐ। ਉਹਨਾਂ ਨੇ ਨਾ ਜਿਵੇਂ ਬੀਬੀਆਂ ਸ਼ਿੰਗਾਰ ਕਰਨ ਨੂੰ ਮਹਿੰਦੀਆਂ ਨਹੀਂ ਕਈ ਬਣਾ ਲੈਂਦੀਆਂ, ਕਿੰਨੀਆਂ ਕਿੰਨੀਆਂ ਗੁੱਤਾਂ ਉੱਤੇ ਡਿਜ਼ਾਈਨ ਪਾਏ ਹੁੰਦੇ ਆ ਸਾਈਡਾਂ ਦੇ ਉੱਤੇ। ਮਹਾਰਾਜ ਉਹਦੇ ਬਾਰੇ ਹੁਣ ਸਿੱਖਿਆ ਦਿੰਦੇ ਆ। ਸੱਚੇ ਪਾਤਸ਼ਾਹ ਕਹਿੰਦੇ ਆ ਜਿਹੜੀਆਂ ਤੁਸੀਂ 100 ਸੁਹਾਗਣ ਬਣੀਆਂ, ਮਹਿੰਦੀਆਂ ਕਿੰਨੀਆਂ ਕਿੰਨੀਆਂ ਕੀਤੀਆਂ ਹੋਈਆਂ, ਚੰਗੇ ਭਲੇ ਕੇਸ ਪੁੱਟ ਕੇ, ਤੇ ਸਤਿਗੁਰੂ ਜੀ ਕਹਿੰਦੇ ਭਾਈ ਗੁਰਮੁਖ ਵੀ ਮੀਡੀਆਂ ਕਰਦੇ ਆ। ਉਹ ਕਿਹੜੀਆਂ ਕਰਦੇ ਆ? ਹਜੂਰ ਕਹਿੰਦੇ ਸਾਚ ਧੜੀ ਧਨ ਮਾਂਡੀ ਐ। ਜਿਹੜੀ ਧਨ ਕਹਿੰਦੇ ਇਸਤਰੀ ਨੂੰ, ਪੋਲਾ ਸ਼ਬਦ ਹੁੰਦਾ ਧਨ ਕਹੀਏ ਤੇ ਉਹ ਰੋਕੜੀ। ਧਨ ਭਾਵ ਜੀਵ ਰੂਪੀ ਇਸਤਰੀ। ਕੌਣ? ਗੁਰਮੁਖ ਮਹਾਤਮਾ ਮਹਾਂਪੁਰਖ
ਉਹ ਸੱਚੇ ਨਾਮ ਦੀਆਂ ਮੀਡੀਆਂ ਚੀਰਨੀਆਂ ਕੱਢਦੇ ਆ, ਆਪਣੇ ਮਨ ਨੂੰ ਹਰ ਵੇਲੇ ਖੋਜਦੇ ਰਹਿੰਦੇ ਆ ਕਿ ਮਨ ਕਿੱਧਰ ਨੂੰ ਜਾਂਦਾ ਹੈ। ਇਹ ਸਾਧ ਸੰਗਤ ਜੀ ਜਿਹੜੀਆਂ ਧੜੀ ਮੀਡੀਆਂ ਹਨ ਨਾ, ਸਤਿਗੁਰੂ ਜੀ ਕਹਿੰਦੇ ਉਹ ਬਣਾਉਂਦੇ ਆ ਸੱਚੇ ਨਾਮ ਵਿੱਚ ਜੋੜਨ ਵਾਸਤੇ। ਗਰੀਬ ਨਵਾਜ ਕਹਿੰਦੇ ਇੱਕ ਰਸ ਇਕਾਗਰਤਾ ਨਾਮ ਵਿੱਚ ਰੱਖਣ ਰੂਪ ਉਹ ਮੀਡੀਆਂ ਬਣਾਉਂਦੇ ਹਨ। ਮਾਂਡੀਆ ਦਾ ਅਰਥ ਹੁੰਦਾ ਮੰਡਣਾ, ਬਣਾਉਣਾ। ਕਾਪੜ ਪ੍ਰੇਮ ਸੀਗਾਰ। ਤੇ ਆ ਤੁਸੀਂ ਕਿਹਾ ਉਤੋਂ ਮਹਾਰਾਜ ਕਹਿੰਦੇ ਸੂਹਾ ਰੰਗ ਪਹਿਨਿਆ ਤੇ ਗੋਟੇ ਲਾ ਲਾ ਕੇ ਕੱਪੜੇ ਪਾਏ ਐ। ਜਿਹੜੇ ਗੁਰਮੁਖ ਹੁੰਦੇ ਆ ਨਾ, ਸਤਿਗੁਰੂ ਜੀ ਕਹਿੰਦੇ ਆ ਕਾਪੜ ਪ੍ਰੇਮ ਸੀਗਾਰ, ਉਹਨਾਂ ਕੋਲ ਪ੍ਰੇਮ ਦਾ ਕੱਪੜਾ ਹੈ। ਸਰਮ ਸੁਰਤ ਕਾ ਕੱਪੜਾ ਪਹਿਰੋ, ਇਹ ਕੱਪੜਾ ਪਹਿਨਿਆ ਹੋਇਆ। ਫਿਰ ਉਹਨਾਂ ਕੱਪੜਾ ਪਾਇਆ ਪ੍ਰੇਮ ਦਾ, ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੂਪਤ ਮੇਰੀ। ਮਹਾਰਾਜ ਕਹਿੰਦੇ ਨਾਮ ਦਾ, ਸੱਚੇ ਵਾਹਿਗੁਰੂ ਦੇ ਪਿਆਰ ਦਾ ਉਹਨਾਂ ਸ਼ਿੰਗਾਰ ਕੀਤਾ, ਪ੍ਰੇਮ ਦਾ ਕੱਪੜਾ ਪਹਿਰਿਆ ਏ। ਚੰਦਨ ਚੀਤ ਵਸਾਇਆ। ਜਿਹੜਾ ਚੰਦਨ ਹੁੰਦਾ ਉਹਦੇ ਚੋਂ ਖੁਸ਼ਬੂ ਆਉਂਦੀ ਹੈ। ਮਹਾਰਾਜ ਕਹਿੰਦੇ ਚੰਦਨ ਲਾਉਂਦੀਆਂ ਨਾ ਇਸਤਰੀਆਂ ਖੁਸ਼ਬੂ ਲਈ, ਤੇ ਗੁਰਮੁਖਾਂ ਨੇ ਚੰਦਨ ਕੀ ਲਾਇਆ? ਚਿੱਤ ਵਿੱਚ ਹੀ ਵਸਾ ਲਿਆ, ਵਾਹਿਗੁਰੂ ਨੂੰ ਅੰਦਰ ਹੀ ਧਾਰਨ ਕਰ ਲਿਆ। ਤੇ ਇਹ ਚੰਦਨ ਦੀ ਖੁਸ਼ਬੂ ਉਹਨਾਂ ਕੋਲੋਂ ਕੀ ਆ ਰਹੀ? ਭਗਤੀ ਦੀ ਖੁਸ਼ਬੂ ਆ ਰਹੀ ਹੈ। ਮੰਦਰ ਦਸਵਾਂ ਦੁਆਰ। ਤੇ ਪਤੀ ਦੇ ਵਾਸਤੇ ਫਿਰ ਸੇਜਾ ਸਵਾਰਦੀ ਹੈ ਇਸਤਰੀ, ਮੰਦਰ ਨੂੰ, ਘਰ ਨੂੰ ਸਵਾਰਦੀ ਹੈ। ਮਹਾਰਾਜ ਕਹਿੰਦੇ ਜਿਹੜਾ 10ਵਾਂ ਦੁਆਰ ਰੂਪੀ ਮੰਦਰ ਮਹਿਲ ਹੈ ਨਾ, ਉੱਥੇ ਜਿਹੜਾ ਚਮੁਖੀਏ ਦੀਵੇ ਦੀ ਲਾਟ ਬਲ ਰਹੀ ਹੈ, ਉੱਥੇ 10ਵਾਂ ਦੁਆਰ ਉਹਨਾਂ ਦਾ ਖੁੱਲ ਗਿਆ, ਦਿਵ ਦ੍ਰਿਸ਼ਟ ਹੋ ਗਈ ਹੈ। ਤੇ ਵਾਹਿਗੁਰੂ ਜੀ ਉਸ ਮੰਦਰ ਦੇ ਅੰਦਰ ਸਾਖਿਆਤ ਹੋ ਗਏ ਹੈ। ਮੰਦਰ 10ਵਾਂ ਦੁਆਰ ਉਹਨਾਂ ਦਾ ਖੁੱਲ ਗਿਆ, ਤੇ ਉੱਥੇ ਵਾਹਿਗੁਰੂ ਦਾ ਉਹਨਾਂ ਨੂੰ ਸਾਖਿਆਤਤਾ ਹੋਈ, ਦੀਦਾਰ ਹੋਇਆ ਏ। ਦੀਪਕ ਸ਼ਬਦ ਵਿਗਾਸਿਆ। ਮੰਦਰ ਵਿੱਚ ਮਸ਼ਾਲ ਨਾ ਜਗਦੀ ਹੋਵੇ, ਹਨੇਰਾ ਹੁੰਦਾ, ਕਿੰਨੀ ਸਫਾਈ ਹੋਵੇ, ਕਿੰਨਾ ਸੋਹਣਾ ਦਿਸਦਾ ਹੀ ਕੁਝ ਨਹੀਂ। ਤੇ ਉਹਨਾਂ ਨੇ ਆਪਣੇ 10ਮ ਦੁਆਰ ਰੂਪੀ ਮੰਦਰ ਦੇ ਅੰਦਰ, ਕਈ 10ਮ ਦੁਆਰ ਵਿੱਚ ਜਾ ਕੇ ਫਿਰ ਨਾਚ ਗਾਣੇ ਵਹਿੰਦੇ ਫਿਰਦੇ ਆ, ਪਰ ਜਿਹੜੇ ਰੱਬ ਦੇ ਪਿਆਰੇ ਗੁਰਮੁਖ ਹੋਏ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆਪਣੇ 10ਮ ਦੁਆਰ ਰੂਪੀ ਮੰਦਰ ਦੇ ਅੰਦਰ ਵੀ ਦੀਪਕ ਸ਼ਬਦ ਵਿਗਾਸਿਆ। ਉਹਨਾਂ ਨੇ ਸ਼ਬਦ ਦਾ ਦੀਪਕ, ਗੁਰ ਕਾ ਸ਼ਬਦ ਕਰ ਦੀਪਕੋ, ਗੁਰੂ ਜੀ ਦੇ ਸ਼ਬਦ ਦਾ ਦੀਪਕ ਬਾਲਿਆ, ਜਿਸ ਦੇ ਨਾਲ ਉਹਨਾਂ ਦੇ ਚਿੱਤ ਵਿੱਚ ਵਿਗਾਸ ਆ ਗਿਆ, ਖੇੜਾ ਆ ਗਿਆ। ਵਿਗਾਸਿਆ ਦਾ ਅਰਥ ਜਗਾਉਣਾ ਵੀ ਹੁੰਦਾ। ਗੁਰੂ ਜੀ ਦੇ ਸ਼ਬਦ ਦਾ ਦੀਪਕ ਜਗਾ ਲਿਆ ਏ। ਰਾਮ ਨਾਮ ਔਰ ਹਾਰ। ਵਾਹਿਗੁਰੂ ਦੇ ਨਾਮ ਦਾ ਹਾਰ ਜਿਹੜਾ ਉਹਨਾਂ ਨੇ ਆਪਣੇ ਹਿਰਦੇ ਰੂਪੀ ਕੰਠ ਵਿੱਚ ਧਾਰਨ ਕਰ ਲਿਆ ਏ। ਨਾਰੀ ਅੰਦਰ ਸੋਹਣੀ। ਉਹ ਗੁਰਮੁਖ ਨਾਮ ਰਸੀਏ ਰੂਪ ਜਿਹੜੀ ਨਾਰੀ ਹੈ ਨਾ, ਪਰਮੇਸ਼ਰ ਦੀ ਇਸਤਰੀ, ਮਹਾਰਾਜ ਕਹਿੰਦੇ ਭਾਈ ਉਹ ਅੰਦਰੋਂ ਸੋਹਣੇ ਹੋ ਗਏ, ਅੰਦਰੋਂ ਬੜੇ ਹੀ ਫੱਬ ਗਏ ਗੁਣਾਂ ਨਾਲ। ਮਸਤਕ ਮਣੀ ਪਿਆਰ। ਉਹਨਾਂ ਦੇ ਮਸਤਕ ਕੀ ਅੰਤःਕਰਨ ਰੂਪੀ, ਜਿਵੇਂ ਮਸਤਕ ਦੇ ਉੱਤੇ ਮਣੀਆਂ ਨਹੀਂ ਲਟਕਾਉਂਦੇ ਹੁੰਦੇ, ਉਹ ਲੰਬਾ ਜਿਹਾ ਗਹਿਣਾ ਹੁੰਦਾ, ਤੇ ਉਹਨੂੰ ਸਾਧ ਸੰਗਤ ਜੀ ਵੱਡਾ ਸੁੰਦਰ ਗਹਿਣਾ ਮੰਨਦੇ ਆ। ਸਤਿਗੁਰੂ ਜੀ ਕਹਿੰਦੇ ਜਿਹੜਾ ਅੰਤःਕਰਨ ਰੂਪੀ ਮਸਤਕ ਹੈ ਨਾ, ਉਹਦੇ ਅੰਦਰ ਉਹਨਾਂ ਦੇ ਪਿਆਰ ਦੀ ਮਣੀ ਲਟਕ ਰਹੀ ਹੈ। ਪਿਆਰ ਹੀ ਪਿਆਰ ਇੱਕ ਉਹਨਾਂ ਨੇ ਆਪਣੇ ਆਪ ਨੂੰ ਧਾਰਨ ਕੀਤਾ ਹੋਇਆ ਕਿ ਇਹੀ ਸਾਡੇ ਅੰਤःਕਰਨ ਰੂਪੀ ਮੱਥੇ ਦੇ ਉੱਤੇ ਪਿਆਰ ਦਾ ਜਿਹੜਾ ਨਾ ਵੱਡਾ ਇਹ ਮੋਤੀ ਚੂਰ ਰੂਪੀ ਗਹਿਣਾ ਜਿਹੜਾ ਹੈ ਉਹ ਧਾਰਨ ਕੀਤਾ ਏ। ਸੋਭਾ ਸੁਰਤ ਸੁਹਾਵਣੀ। ਸ਼ਬਦ ਦੇ ਨਾਲ ਸੁਰਤ ਇੰਨੀ ਸੁਹਾਵਣੀ ਸੋਭਨੀਕ ਹੁੰਦੀ ਹੈ ਕਿ ਲੋਕ ਪਰਲੋਕ ਵਿੱਚ ਉਹਨਾਂ ਦੀ ਸੋਭਾ ਹੋ ਜਾਂਦੀ ਹੈ। ਸਾਚੈ ਪ੍ਰੇਮ ਅਪਾਰ। ਸੱਚੇ ਵਾਹਿਗੁਰੂ ਨਾਲ ਕਿੰਨਾ ਕੁ ਪਿਆਰ ਹੈ, ਕਹਿੰਦੇ ਕੀ ਦਸੀਏ, ਅਪਾਰ, ਉਹਦਾ ਕੋਈ ਪਾਰਾਵਾਰ ਹੀ ਨਹੀਂ। ਪਿਆਰ ਦੀ ਸੀਮਾ ਕਥਨ ਨਹੀਂ ਕੀਤੀ ਜਾਂਦੀ। ਬਿਨ ਪੇਰ ਪੁਰਖ ਨਾ ਜਾਣਾਈ। ਸੱਚੇ ਪਾਤਸ਼ਾਹ ਕਹਿੰਦੇ ਆ ਬਿਨ ਪਿਰ, ਜਿਵੇਂ ਉਹ ਪਤੀਵਰਤਾ ਇਸਤਰੀ ਬਿਨਾਂ ਪਤੀ ਤੋਂ ਕਿਸੇ ਨੂੰ ਪੁਰਖ ਨਹੀਂ ਜਾਣਦੀ, ਇਵੇਂ ਉਹ ਆਪਣੇ ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਹੋਰ ਆਪਣੀ ਅੱਖ ਨੇੜੇ ਨਹੀਂ ਲਿਆਉਂਦੇ। ਉਹ ਕਹਿੰਦੇ ਆ ਗੁਰ ਜੈਸਾ ਨਾਹੀ ਕੋ ਦੇਵ,
ਜਿਸ ਮਸਤਕ ਭਾਗ ਸੋ ਲਾਗਾ ਸੇਵ। ਮੇਰੇ ਸਮਰੱਥ ਸਤਿਗੁਰੂ ਵਰਗਾ ਕੋਈ ਹੋਰ ਹੋ ਨਹੀਂ ਸਕਦਾ। ਸਾਚੇ ਗੁਰ ਕੈ ਹੇਤ ਪਿਆਰ। ਸੱਚੇ ਸਤਿਗੁਰੂ ਜੀ ਨਾਲ ਉਹਨਾਂ ਦਾ ਹੇਤ ਹੁੰਦਾ ਹੈ, ਹਿਤੂ ਹੁੰਦੇ ਆ ਮਹਾਰਾਜ ਦੇ। ਸਿਰ ਤੱਕ ਭੇਟ ਕਰਨ ਨੂੰ ਕਾਹਲੇ ਪੈਂਦੇ ਆ, ਤੇ ਸਤਿਗੁਰੂ ਜੀ ਦੇ ਹੇਤ ਵਾਸਤੇ ਉਹਨਾਂ ਦੇ ਦਿਲ ਦੇ ਅੰਦਰ ਪਿਆਰ ਹੀ ਪਿਆਰ ਹੈ। ਨਿਸ ਅੰਧਿਆਰੀ ਸੁੱਤੀਏ। ਦੋ ਬੰਦ ਰਹਿੰਦੇ ਆ, ਸਮਾਪਤੀ ਹੋ ਜਾਵੇਗੀ, ਸਮਾਂ 5 ਮਿੰਟ ਲੱਗਣਾ। ਸਤਿਗੁਰੂ ਜੀ ਕਹਿੰਦੇ ਜੀਵ ਰੂਪੀ ਇਸਤਰੀ ਨਾ, ਇਹਦੀ ਅਵਸਥਾ ਰੂਪੀ ਰਾਤ ਜਿਹੜੀ ਅਗਿਆਨ ਦੇ ਹਨੇਰੇ ਕਰਕੇ ਬਹੁਤ ਜ਼ਿਆਦਾ ਗੁੰਮ ਹੋ ਰਹੀ ਹੈ। ਅਗਿਆਨ ਦਾ ਹਨੇਰਾ ਫੈਲ ਰਿਹਾ ਹੈ ਤੇ ਅਵਿਦਿਆ ਦੀ ਨੀਂਦ ਵਿੱਚ ਜੀਵ ਰੂਪੀ ਇਸਤਰੀ ਸੌਂ ਗਈ ਹੈ। ਕਿਉ ਪੇਰ ਬਿਨ ਰਹਿਣ ਵਿਹਾਏ। ਤੇ ਦੱਸੋ ਪਤੀ ਪਰਮੇਸ਼ਰ ਤੋਂ ਬਿਨਾਂ ਜਿਹੜੀ ਉਮਰਾ ਰੂਪੀ ਰਾਤ ਹੈ ਉਹ ਕਿਵੇਂ ਵਿਹਾਵੈ, ਕਿਵੇਂ ਬਤੀਤ ਹੁੰਦੀ ਹੈ? ਨਹੀਂ ਚੰਗੀ ਬਤੀਤ ਹੁੰਦੀ। ਫਰੀਦਾ ਰਾਤੀ ਵੱਡੀਆਂ ਧੁਖ ਧੁਖ ਉੱਠਣ ਪਾਸ। ਧ੍ਰਿਗ ਤਿਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ। ਜਿਨ੍ਹਾਂ ਨੂੰ ਅੱਲਾ ਤੇਰੇ ਨਾਮ ਤੋਂ ਬਿਨਾਂ ਹੋਰ ਹੀ ਆਸ ਹੈ, ਉਹਨਾਂ ਦਾ ਜੀਵਨ ਤਾਂ ਧ੍ਰਿਗਾਕਾਰ ਹੈ। ਬਹੁਤ ਬੁਰਾ ਹੀ ਉਹਨਾਂ ਦਾ ਜੀਵਨ ਲੰਘਦਾ, ਦੁੱਖਾਂ ਨਾਲ ਹਾਏ ਹਾਏ ਕਰਦਿਆਂ। ਅੰਕ ਜਲਾਓ ਤਨ ਜਾਲੀਆ। ਉਹਨਾਂ ਦਾ ਸਾਧ ਸੰਗਤ ਜੀ ਅੰਕ ਹਿਰਦਾ ਜਿਹੜਾ ਨਾ ਉਹ ਵੀ ਜਲ ਜਾਂਦਾ ਵਿਕਾਰਾਂ ਨਾਲ, ਤੇ ਤਨ ਵੀ ਜਲ ਜਾਂਦਾ, ਖੀਨ ਹੋ ਜਾਂਦਾ ਹੈ। ਮਾਨ ਧਨ ਜਲ ਬਲ ਜਾਏ। ਵਿਕਾਰੀ ਆਦਮੀ ਦਾ ਨਾ ਤਾਂ ਧਨ ਰਹਿੰਦਾ ਪੱਲੇ, ਤੇ ਮਨ ਵੀ ਸੜ ਬਲ ਜਾਂਦਾ ਹੈ। ਜਾ ਧਨ ਕੰਤ ਨਾ ਰਾਵਿਆ। ਜਿਸ ਧਨ ਜੀਵ ਰੂਪੀ ਇਸਤਰੀ ਨੇ ਪਤੀ ਪਰਮੇਸ਼ਰ ਦੇ ਪਿਆਰ ਨੂੰ ਨਹੀਂ ਰਾਵਿਆ, ਨਹੀਂ ਮਾਣਿਆ, ਤਾ ਬਿਰਥਾ ਜੋਬਨ ਜਾਏ। ਤਾਂ ਫਿਰ ਜੋਬਨ ਜਿਹੜੀ ਆ ਅਵਸਥਾ ਰੂਪੀ ਜਵਾਨੀ, ਸ਼ੌਂਕ ਅਵਸਥਾ ਰੂਪੀ ਜਵਾਨੀ ਵਿਅਰਥ ਚਲੀ ਜਾਂਦੀ ਹੈ। ਜਿਵੇਂ ਫਰੀਦ ਜੀ ਨੂੰ ਕਿਸੇ ਕਿਹਾ ਬੁੱਢਾ ਹੋ ਗਿਆ, ਤੇ ਫਰੀਦ ਜੀ ਕਹਿੰਦੇ ਨੇ ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ। ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਇਉਂ ਜਵਾਨੀ ਵਿਅਰਥ ਚਲੀ ਜਾਂਦੀ ਹੈ, ਸ਼ੌਂਕ ਦੀ ਅਵਸਥਾ ਜਿਹੜੀ ਆ ਉਹਨਾਂ ਫਿਰ ਵਿਅਰਥ ਹੀ ਚਲੀ ਜਾਂਦੀ ਹੈ। ਸੇਜੈ ਕੰਤ ਮਹਿਲੜੀ। ਜਿਹੜੀ ਮਹਿਲੜੀ ਇਸਤਰੀ ਹੈ ਨਾ ਜੀਵ ਰੂਪੀ, ਉਹਦਾ ਅੰਤఃਕਰਨ ਰੂਪੀ ਸੇਜਾ ਦੇ ਉੱਤੇ ਮਹਾਰਾਜ ਕਹਿੰਦੇ ਕੰਤ ਪਤੀ ਪਰਮੇਸ਼ਰ। ਸੂਤੇ ਬੂਝ ਨਾ ਪਾਏ। ਅਵਿਦਿਆ ਦੀ ਨੀਂਦ ਵਿੱਚ ਸੁੱਤੀ ਪਈ ਹੈ ਤੇ ਜੀਵ ਨੂੰ ਸੋਝੀ ਨਹੀਂ ਕਿ ਮੇਰੇ ਅੰਦਰ ਪਰਮੇਸ਼ਰ ਹੈ। ਇਹ ਮਨੁੱਖਾ ਜਨਮ ਮੈਨੂੰ ਮਿਲਿਆ ਤੇ ਮਨੁੱਖਾ ਜਨਮ ਨੂੰ ਗਧਿਆਂ ਦੀ ਤਰ੍ਹਾਂ, ਹੋਰ ਜੂਨਾਂ ਦੀ ਤਰ੍ਹਾਂ ਵਿਅਰਥ ਗਵਾ ਰਿਹਾ ਹੈ। ਸੁੱਤੇ ਹੋਏ ਨੂੰ ਪਤਾ ਹੀ ਨਹੀਂ ਕਿ ਅੰਤঃਕਰਨ ਰੂਪੀ ਸੇਜਾ ਦੇ ਉੱਤੇ ਵਾਹਿਗੁਰੂ ਵਸਦਾ ਹੈ, ਤੇ ਸਮਝ ਹੀ ਨਹੀਂ ਅਵਿਦਿਆ ਦੀ ਨੀਂਦ ਚ ਸੌਂ ਗਿਆ ਹੈ। ਹਉ ਸੁੱਤੀ ਪੇਰ ਜਾਗਣਾ। ਮਹਾਰਾਜ ਕਹਿੰਦੇ ਹਉ ਕਰਕੇ ਸੌ ਸੁਹਾਗਣਾ ਨੂੰ ਕਹਿੰਦੇ ਹਉ ਹੰਕਾਰ ਕਰਕੇ ਜੀਵ ਦੀ ਬਿਰਤੀ ਸੌਂ ਗਈ ਹੈ, ਤੇ ਪਤੀ ਪਰਮੇਸ਼ਰ ਤਾਂ ਸਦਾ ਹੀ ਜਾਗਦਾ। ਉਸ ਵੇਲੇ ਅਸੀਂ ਮੁੱਖ ਹੀ ਨਹੀਂ ਕਰਦੇ ਪਏ, ਮਨੁੱਖਾ ਜਨਮ ਬਰਬਾਦ ਕਰੀ ਜਾਂਦੇ ਆ। ਮਹਾਰਾਜ ਕਹਿੰਦੇ ਪਤੀ ਪਰਮੇਸ਼ਰ ਤਾਂ ਭਾਈ ਸਦਾ ਜਾਗਦਾ ਏ। ਕਿਸ ਕਉ ਪੁੱਛੋ ਜਾਏ। ਕਿਹਨੂੰ ਪੁੱਛੋਗੇ ਜਾ ਕੇ ਪਤੀ ਪਰਮੇਸ਼ਰ ਨੂੰ ਮਿਲਣ ਦਾ, ਜਦੋਂ ਜਿੱਥੇ ਪਤੀ ਵਸ ਰਿਹਾ ਹੈ ਉਹਦੇ ਵੱਲੋਂ ਬੇਮੁਖ ਹੋਏ ਕੀ ਹੈ। ਅੰਦਰੋਂ ਆਵਾਜ਼ ਆਉਂਦੀ ਹੈ ਤਾਂ ਵੀ ਸ਼ਰਾਬਾਂ ਕਬਾਬਾਂ ਵਿੱਚ ਹੀ ਤੁਰੇ ਫਿਰਦੇ ਆ, ਬੁਰੇ ਪਾਸੇ ਹੀ ਤੁਰੇ ਫਿਰਦੇ, ਅੰਦਰ ਦੀ ਆਵਾਜ਼ ਨੂੰ ਸੁਣਦੇ ਹੀ ਨਹੀਂ। ਕਿਹਨੂੰ ਪੁੱਛੋਗੇ? ਸਤ ਸੰਗਤ ਤੋਂ ਬਿਨਾ, ਗੁਰੂ ਜੀ ਦੇ ਉਪਦੇਸ਼ ਤੋਂ ਬਿਨਾ ਨਹੀਂ ਪਤਾ ਲੱਗੇਗਾ। ਸਤਿਗੁਰ ਮੇਲੇ ਭੈ ਵਸੀ। ਮਹਾਰਾਜ ਪਤਾ ਕਿੱਥੋਂ ਲੱਗਦਾ ਹੈ? ਹਜੂਰ ਗੁਰੂ ਨਾਨਕ ਸਾਹਿਬ ਜੀ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਕਹਿੰਦੇ ਐ, ਜਿਨ੍ਹਾਂ ਦੀ ਚਿੱਤ ਦੀ ਬਿਰਤੀ ਸਤਿਗੁਰੂ ਨਾਲ ਮਿਲ ਗਈ ਹੈ ਤੇ ਉਹ ਫਿਰ ਭੈ ਵਿੱਚ ਵਸ ਜਾਂਦੇ ਆ, ਵਾਹਿਗੁਰੂ ਤੋਂ ਡਰਦੇ ਹਨ। ਨਾਨਕ ਪ੍ਰੇਮ ਸਖਾਏ। ਸੱਚੇ ਪਾਤਸ਼ਾਹ ਕਹਿੰਦੇ ਪ੍ਰੇਮ ਦੀ ਖੇਡ ਹੈ ਨਾ, ਉਹਨਾਂ ਨੂੰ ਫਿਰ ਪਤਾ ਲੱਗ ਜਾਂਦਾ ਹੈ ਕਿ ਵਾਹਿਗੁਰੂ ਇੱਥੇ ਵੀ ਸਖਾ ਹੈ ਤੇ ਪਰਲੋਕ ਵਿੱਚ ਵੀ ਉਹ ਸਖਾ ਸਹਾਈ ਹੈ। ਉਹਦੇ ਤੋਂ ਬਿਨਾਂ ਤਾਂ ਕੋਈ ਬਾਂਹ ਹੀ ਨਹੀਂ ਫੜਦਾ, ਭਾਵੇਂ ਕਿੰਨੇ ਘਰ ਦੇ ਜੀ ਕੋਲ ਖਲੋਤੇ ਐ,
ਕਿੰਨੇ ਸਾਧ ਸੰਗਤ ਜੀ ਹਿਤੂ ਹੇਤ ਕਰ ਰਹੇ ਆ, ਕੋਈ ਸਹਾਇਤਾ ਕਰ ਹੀ ਨਹੀਂ ਸਕਦਾ। ਪ੍ਰੇਮ ਦੇ ਨਾਲ ਇਹ ਸਾਰਾ ਇਲਮ ਹੁੰਦਾ ਹੈ ਕਿ ਵਾਹਿਗੁਰੂ ਹੀ ਲੋਕ ਪਰਲੋਕ ਦੇ ਸਖਾਏ ਸਖੇ ਹਨ, ਸਹਾਈ ਹਨ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐ ਬਨ ਪਿਹਾਵ ਲੈ ਹਿਕ ਸਾਥੀ ਲੱਦਮ ਦੁੱਖ ਹਰਤਾ ਹਰ ਨਾਮਾ। ਇਸ ਬਿਆਬਾਨ ਸੰਸਾਰ ਰੂਪੀ ਜੰਗਲ ਦੇ ਅੰਦਰ ਕੇਵਲ ਤੇ ਕੇਵਲ ਇੱਕੋ ਇੱਕ ਵਾਹਿਗੁਰੂ ਦਾ ਨਾਮ ਹੈ ਜਿਹੜਾ ਦੁੱਖਾਂ ਦਾ ਨਾਸ਼ਕ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਰਹਿਮਤ ਕਰਨ, ਸਤਿਗੁਰੂ ਜੀ ਦਾ ਅੰਮ੍ਰਿਤ ਪਵਿੱਤਰ ਉਪਦੇਸ਼ ਹਿਰਦੇ 'ਚ ਵਸੇ, ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣੀ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਹੁਤ ਹਜੂਰ ਨੇ ਤਰਸ ਕੀਤਾ, ਆਪਣੀ ਅੰਮ੍ਰਿਤ ਬਾਣੀ ਦੀ ਕਥਾ ਦੀ ਹਾਜ਼ਰੀ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਸਤਿਗੁਰੂ ਜੀ ਦੇ ਦਰੋਂ ਵਰਸੋਏ ਹੋਏ ਮਹਾਰਾਜ ਜੀ ਦੇ ਦਰ ਘਰ ਦੇ ਵਿਦਵਾਨ ਗਿਆਨੀ ਸੁਖਵਿੰਦਰ ਸਿੰਘ ਜੀ, ਬੜੀ ਮਹਾਰਾਜ ਜੀ ਨੇ ਨਿਮਰਤਾ ਬਖਸ਼ੀ ਹੈ, ਨਹੀਂ ਤੇ ਕਥਾਵਾਚਕ ਕਿਸੇ ਨਾਲ ਪਾਠ ਨਹੀਂ ਕਰਾਉਂਦੇ, ਤੇ ਬੜੇ ਪਿਆਰ ਨਾਲ ਇਹਨਾਂ ਨੇ 2 ਦਿਨ ਸਤਿਗੁਰੂ ਜੀ ਦੀ ਬਾਣੀ ਦਾ ਪਾਠ ਨਾਲ ਕਰਵਾਇਆ। ਸ਼ਬਦ ਦੀ ਕਮਾਈ ਨਾਲ ਹਉਂ ਦੂਰ ਹੋਵੇ, ਇਹੀ ਸਤਿਗੁਰੂ ਜੀ ਦਾ ਬਖਸ਼ਿਆ ਉਪਦੇਸ਼ ਹੈ। ਉਹੋ ਹੀ ਵਿਦਵਤਾ ਨੂੰ ਕਮਾ ਸਕਦੇ ਗੁਰਮੁਖ ਜਿਹੜੇ ਆਪਣੇ ਅੰਦਰੋਂ ਇਸ ਚੀਜ਼ ਨੂੰ ਦੂਰ ਕਰ ਲੈਂਦੇ, ਸ਼ਬਦ ਨਾਲ ਪਿਆਰ ਕਰਦੇ ਹੋਏ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਆਪਣੇ ਚਰਨਾਂ ਨਾਲ ਜੋੜ ਲੈਣ, ਪਿਆਰ ਬਖਸ਼ਿਸ਼ ਕਰਨ। ਸਭ ਨੇ ਬਹੁਤ ਪਿਆਰ ਦਿੱਤਾ। ਜਥੇਦਾਰ ਸਾਹਿਬ ਜੀ ਨਾਲ ਕੱਲ ਮੁਲਾਕਾਤ ਹੋਈ ਸੀ, ਬੜਾ ਉਹ ਵੀ ਪਿਆਰ ਦਿੰਦੇ ਨੇ। ਸਾਰੇ ਸਿੰਘ ਇੰਨਾ ਪਿਆਰ ਕਰਦੇ ਜਿਵੇਂ ਸਾਡਾ ਆਪਣਾ ਪਰਿਵਾਰ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਦਾ ਇਹ ਪਿਆਰ ਬਣਾਈ ਰੱਖਣ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਹਉ ਸੁੱਤੀ ਫਿਰ ਜਾਗਣਾ, ਕਿਸ ਕਉ ਪੂਛੋ ਜਾਏ। ਸਤਿਗੁਰ ਮੇਲੀ ਭੈ ਵਸੀ, ਨਾਨਕ ਪ੍ਰੇਮ ਸਖਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਸਤਿਗੁਰ ਤਾਂ ਪਾਇਆ। ਸਹਿਜ ਸੇਤੀ ਮਨ ਵਜੀਆਂ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣ ਸ਼ਬਦੋ ਤਾਂ ਗਾਵੋ, ਹਰੀ ਕੇਰਾ ਮਨ ਜਿਨੀ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਅੰਗੀਕਾਰ ਉਹ ਕਰੇ, ਤੇਰਾ ਕਾਰਜ ਸਭ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ। ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਨਹੁ ਸੰਤਹੁ। ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ।
ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਨਹੁ ਵਡ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਕਹਤੇ ਪਵਿੱਤ ਪਵਿੱਤ ਸਤਿਗੁਰ ਰਹਿਆ ਭਰਪੂਰੇ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।